ਤਾਰਕ ਸਾਹਿਬ ਮੇਰੀ ਤੇ ਤੁਹਾਡੀ ਜਿਹੜੀ ਉਮਰ ਹੈ ਨਾ ਕੋਈ ਅੱਗੜ ਪਿਛੜ ਹੀ ਹੋਣੀ ਹੈ, ਬਹੁਤੀ ਕੋਈ ਫਰਕ ਤੇ ਨਹੀਂ ਹੋਣਾ ਨਾ। ਗੱਲ ਸੱਚੀ ਸੱਚੀ ਕਰਨੀ ਹੈ, ਮਜ਼ਹਬ ਤੋਂ ਹਟ ਕੇ ਵੀ ਜਿਹੜਾ ਸੈਣੀ ਸਾਹਿਬ ਦੇ ਵਿੱਚ ਬਰਦਾਸ਼ਤ ਹੈ, ਜਿੰਨੀ ਕੋ ਉਹਨਾਂ 'ਚ ਬਰਦਾਸ਼ਤ ਹੈ, ਉਹ ਕਿਸੇ ਵੇਲੇ ਜਿਹੜੀ ਉਹਨਾਂ ਦੀ ਬਰਦਾਸ਼ਤ ਹੈ ਨਾ, ਉਹ ਤੇ ਇਰੀਟੇਟ ਕਰਨੀ ਸ਼ੁਰੂ ਕਰ ਦਿੰਦੀ ਹੈ ਕਿ ਯਾਰ ਇਸ ਬੰਦੇ ਨੂੰ ਗੁੱਸਾ ਕਿਉਂ ਨਹੀਂ ਚੜਦਾ ਪਿਆ। ਨਹੀਂ ਉਹਨਾਂ ਦਾ ਗੁੱਸਾ ਜਿਹੜਾ ਨਾ ਉਹਨੂੰ ਥੋੜਾ ਜਿਹਾ ਸਮਝਣਾ ਚਾਹੀਦਾ। ਉਹ ਗੁੱਸਾ ਉਹ ਬੰਦੇ ਨੂੰ ਕੋਸ਼ਿਸ਼ ਕਰਦੇ ਨੇ ਮੈਂ ਕਿਹਾ ਇਹਨੂੰ ਸ਼ਰਮਿੰਦਾ ਕਰ ਲਾਂ, ਇੱਥੇ ਸਾਰੀਆਂ ਗਲਤੀਆਂ ਮੇਰੀਆਂ ਨੇ, ਮੈਂ ਬੇਵਕੂਫੀ ਕਰ ਬੈਠਾ। ਨਹੀਂ ਮੈਂ ਤਾਂ ਕਹਿਣਾ ਕਿ ਜੋ ਵੀ ਉੱਥੇ ਜਾਇਜ਼ ਨਜਾਇਜ਼ ਤੁਹਾਡੇ ਬੰਦੇ ਜਾਂ ਸਾਡੇ ਹੀ ਤਰਫੋਂ ਕੋਈ ਜਾ ਕੇ ਕਰਦਾ ਰਵੇ, ਮੇਰੇ ਖਿਆਲ 'ਚ ਤੇ ਹੁਸੈਨੀ ਸਾਹਿਬ ਜਿੰਨੀ ਟੋਲਰੈਂਸ ਮੈਂ ਸਮਝਣਾ ਕਿ ਕਿਸੇ ਬੰਦੇ 'ਚ ਮੁਮਕਿਨ ਹੀ ਨਹੀਂ ਹੋਣੀ ਹੈ, ਵੇਖੀ ਨਹੀਂ ਹੋਣੀ ਕਿਸੇ 'ਚ। ਨਹੀਂ ਇਹ ਤੁਹਾਡੀ ਗੱਲ ਦਰੁਸਤ। ਉਹ ਉਹਨਾਂ ਨਾਲ ਕਿਉਂ ਬਾਈਕਾਟ ਕਰਨਾ ਚਾਹੁੰਦੇ ਸਨ? ਮਤਲਬ ਉਹਨਾਂ ਉੱਤੇ ਕੀ ਸ਼ਿਕਵਾ ਸ਼ਿਕਾਇਤ ਇਹਨਾਂ ਦਾ? ਅਸਲ ਵਿੱਚ ਜਿਹੜੇ ਤਾਰਿਕ ਚੌਹਾਨ ਸਾਹਿਬ ਨੇ 12 ਉਹਨਾਂ ਨੂੰ ਗੱਲ ਕਰਨ ਲੱਗਿਆ ਜਿਹੜਾ ਨਾ ਉਹ ਇੰਤਕਾਮੀ ਕਾਰਵਾਈ 'ਚ ਬੋਲਦੇ, ਉਹਨਾਂ ਦੀ ਸਾਰੀ ਤਕਰੀਰ ਇੰਤਕਾਮੀ ਹੁੰਦੀ ਹੈ। ਉਹ ਫਿਰ ਕਿਸੇ ਨੇ ਜ਼ਾਹਿਰ ਇੱਥੇ ਜਿੰਨੇ ਲੋਕ ਬੈਠੇ ਨੇ ਇਹਨਾਂ ਦੇ ਜਿਹੜੇ ਅਕਾਬਰੀਨ ਨੇ, ਉਹ ਕੋਈ ਵੀ ਉਹਦੇ ਬਾਰੇ ਭਾਵੇਂ ਛੋਟੇ ਤੋਂ ਛੋਟਾ ਉਹਦੇ ਬਾਰੇ ਵੀ ਕੋਈ ਗੱਲ ਕਰੇਗਾ ਤੇ ਉਹ ਚਿੜ ਤੇ ਪਏਗਾ ਨਾ, ਕੋਈ ਨਾ ਕੋਈ ਮਤਲਬ ਇਹਦੀ ਡੇਟ ਤੇ ਹੋ ਹੀ ਜਾਏਗਾ। ਤਾਰਕ ਸਾਹਿਬ ਤੁਸੀਂ ਲੇਟ ਆਏ ਸੀ, ਬਾਈਕਾਟ ਪਹਿਲੇ ਤਾਂ ਉਹਨਾਂ ਨੇ ਸ਼ੁਰੂ ਕਰ ਦਿੱਤਾ ਸੀ, ਚੌਹਾਨ ਸਾਹਿਬ ਤੇ ਬਾਅਦ ਵਿੱਚ ਆਏ ਨੇ ਆਪਣਾ ਪ੍ਰੋਗਰਾਮ ਕਰਕੇ। ਬਾਈਕਾਟ ਰਾਸ਼ਦ ਸਾਹਿਬ ਪਹਿਲੇ ਕਰਕੇ ਚਲੇ ਗਏ ਸੀ। ਸਾਰਾ ਆਇਆ ਉਹ ਮੈਨੂੰ ਵੀ ਮੈਸੇਜ ਆਇਆ ਸੀ, ਲੇਕਿਨ ਮੈਂ ਤੇ ਗੱਡੀ ਚਲਾਉਂਦਾ, ਮੈਂ ਨੰਬਰ ਕਿੱਥੋਂ ਲਿਖਾਂ? ਫਿਰ ਮੈਸੇਜ ਵਾਲੀ ਗੱਲ ਦੱਸੋ ਨਾ, ਪੁੱਛਣਾ ਉਹ ਚਾਹ ਰਹੇ ਨੇ। ਨੰਬਰ ਲਿਖੋ, ਮੈਂ ਹੁਣ ਗੱਡੀ ਚਲਾਉਂਦਾ ਪਿਆ, ਮੈਂ ਕਿੱਥੋਂ ਨੰਬਰ ਲਿਖਣਾ? ਕੌਣ ਕੌਣ ਬੁਲਾਉਂਦਾ ਸੀ? ਬੰਦੇ ਸਾਰੇ ਜਿਹੜੇ ਨਹੀਂ ਮਤਲਬ ਆਗੂ ਕੌਣ ਹੈ ਇਸ ਤਹਿਰੀਕ ਦਾ? ये young people ने सारे angry young men जितने भी अमर भाई ट्रू सीकर द वाटर तो ये वो ये आगू ने जो थल्ले आ जाओ भी सारे थल्ले आ जाओ, क्योंकि हुसैनी साहब ਜਿਹੜੇ ਨੇ ਉਹ ਸਹੂਲਤਕਾਰ ਨੇ, ਅਮਰ ਸਾਹਿਬ ਦੇ ਵੀ ਤੇ ਅੱਗੋਂ ਉਹ ਜੰਬਾ ਗਰੁੱਪ ਦੇ ਵੀ, ਤੇ ਇਸ ਵਾਸਤੇ ਤੁਸੀਂ ਸੁਣਾ ਵਾਲੇ ਬੋਲੇ ਹੀ ਬਹੁਤ ਘੱਟ ਨੇ ਜਾਂ ਬੋਲੇ ਹੀ ਨਹੀਂ। ਮੇਰਾ ਮੈਂ ਤਾਂ ਨਹੀਂ ਬੋਲਦਾ, ਬਸ ਉਹਨਾਂ ਨੂੰ ਤਕਲੀਫ ਇਹ ਹੈ ਨਾ ਆਪਣਾ ਖਾਤਮ ਭਾਈ ਕਿ ਸਹੂਲਤਕਾਰ ਨੇ ਹੁਸੈਨੀ ਸਾਹਿਬ ਸਾਡੇ ਮੁਖਾਲਫਾਂ ਦੇ, ਤੇ ਉਹ ਇਸ ਵਾਸਤੇ ਕਹਿੰਦੇ ਵੀ ਇਹਨਾਂ ਦੀ ਬਾਈਕਾਟ ਕਰ ਦਿਓ। ਤਾਰਕ ਸਾਹਿਬ ਮੈਂ ਅੱਗੇ ਆਹੀ ਕਹਿ ਰਿਹਾ ਸਾਂ ਕਿ ਅਮਰ ਭਾਈ ਨੂੰ ਹੁਸੈਨੀ ਸਾਹਿਬ ਨੇ ਬੁੱਤ ਲਾਇਆ ਖੇਤਾਂ ਦੇ ਵਿੱਚ, ਕਵੇ ਵੇਖ ਕੇ ਨਾ ਦੂਰ ਦੂਰ ਭੱਜਦੇ ਆ, ਹੋਰ ਗੱਲ ਕੋਈ ਨਹੀਂ, ਨਾ ਉਹ ਗੱਲ ਕਰਦੇ ਨਾ ਬਾਤ ਉੱਥੇ 2-2.5 ਘੰਟੇ ਬਹਿ ਕੇ ਤੇ ਚਲੇ ਜਾਂਦੇ ਆ। ਅਮਰ ਸਾਹਿਬ ਅਲਜਬਰਾ ਸਾਹਿਬ ਨੇ ਕਿੰਨੀ ਮੁਹੱਬਤ ਨਾਲ ਤੁਹਾਨੂੰ ਬੜਾਵਾ ਬਣਾਤਾ। ਇਹ ਸਹੀ ਕਹਿ ਰਹੇ ਨੇ, ਮੈਂ ਇਹਨਾਂ ਨਾਲ ਐਗਰੀ ਹਾਂ ਕਿ ਭਈ ਉੱਥੇ ਉਹਨਾਂ ਦੇ ਸਿਰ ਤੇ ਕੱਲ 2-3 ਘੰਟੇ 'ਚ ਮੈਂ 3 ਗੱਲਾਂ ਵੀ ਨਹੀਂ ਕੀਤੀਆਂ ਹੋਣੀਆਂ। ਆਖਰ ਤੇ ਸੌਣ ਲੱਗਿਆ ਮੈਂ ਚੱਲਿਆ ਤੇ ਮੈਂ ਕਿਹਾ ਮੈਨੂੰ ਵੀ ਕੋਈ 1-2 ਗੱਲ ਕਰ ਲੈਂਦੋ ਯਾਰ, 3 ਘੰਟੇ ਹੋਏ ਨੇ ਬੈਠੇ ਆ ਚੁੱਪ ਕਰਕੇ, ਤੇ 1-2 ਗੱਲਾਂ ਮੈਂ ਕੀਤੀਆਂ ਨੇ ਜਾਣ ਲੱਗਿਆ, ਉਹ ਵੀ ਮੈਂ 2-3 ਮਿੰਟ 'ਚ ਮੈਂ ਖਤਮ ਕਰਕੇ ਤੇ ਤੁਰ ਗਿਆ ਵਾਂ। ਤੇ ਮੈਨੂੰ ਤਾਂ ਮੌਕਾ ਹੀ ਉੱਥੇ ਨਹੀਂ ਦਿੱਤਾ ਇਹਨਾਂ ਨੇ, ਤੇ ਫੇਰ ਵੀ ਪਤਾ ਨਹੀਂ ਕਿਉਂ ਮੈਂ ਨਾ ਨਜ਼ਲਾ ਸਾਰਾ ਹੁਸੈਨੀ ਸਾਹਿਬ ਤੇ ਕਿਉਂ ਛੱਡਦੇ ਨੇ, ਇਹ ਮੇਰਾ ਸਵਾਲ ਹੈ। ਜਦਕਿ ਹੁਸੈਨੀ ਸਾਹਿਬ ਤੇ ਸਭ ਦੇ ਵਾਸਤੇ ਉਹ ਇੱਕ ਟੋਲਰੈਂਸ ਜਿਹੜੇ ਨੇ ਨਾ, ਦੇਖੋ ਹੁਸੈਨੀ ਸਾਹਿਬ ਨੀਤਾਂ ਦਾ ਹਾਲ ਜਿਹੜਾ ਨਾ ਉਹਨਾਂ ਦੇ ਅੰਦਰ ਉਹਨੂੰ ਅੱਲਾ ਜਾਣਦਾ, ਮੈਂ ਨਹੀਂ ਜਾਣਦਾ, ਨਾ ਤੁਸੀਂ ਜਾਣਦੇ। ਲੇਕਿਨ ਨਾ ਹੁਸੈਨੀ ਸਾਹਿਬ ਦਾ ਇਹ ਵੇਖਿਆ ਕਿ ਜਦੋਂ ਉਹਨਾਂ ਦੀ ਮਰਜ਼ੀ ਦੇ ਖਿਲਾਫ ਜਾਂ ਉਹਨਾਂ ਦੇ ਜਿਹੜਾ ਅਸੂਲ ਜੋ ਉਹਨਾਂ ਨੇ ਜਿਹਨੇ ਜੇ ਪ੍ਰੋਗਰਾਮ ਬਣਾਇਆ ਉਹਦੇ ਖਿਲਾਫ ਕੋਈ ਗੱਲ ਹੁੰਦੀ ਉਹ ਵਿਰਾਟ ਸੁੱਟ ਦਿੰਦੇ ਨੇ। ਲੇਕਿਨ ਮਤਲਬ ਤਾਰਿਕ ਚੌਹਾਨ ਨੂੰ ਖੁੱਲੀ ਛੁੱਟੀ ਕਿਉਂ ਹੈ ਕਿ ਦੂਰ ਸਾਰਿਆਂ ਦੀ ਢੀਡੀ ਭੈਣ ਦੀ ਕਰਦਾ ਹੈ? ਉਹ ਜਿੱਥੇ ਸ਼ੁਰੂ ਹੁੰਦਾ ਫਿਰ ਉਹਦਾ ਯਾਨੀ ਕਸੂਰ ਤੁਹਾਡੇ ਖਿਆਲ 'ਚ ਤਾਰਕ ਚੌਹਾਨ ਸਾਹਿਬ ਦਾ? ਤਾਰਿਕ ਚੌਹਾਨ ਮਤਲਬ ਉਸਨੇ ਵੀ ਚਾਹੀਦਾ ਕਿ ਵਿਰਾਟ ਵੀ ਨਹੀਂ ਚੁੱਕੋ ਆਪਣੀ ਜਿਹੜੀ ਤਪੜੀ ਚੁੱਕੋ। ਉਹ ਜਿਵੇਂ ਅਸੀਂ ਜਿਹੜੇ ਸਕੂਲਾਂ 'ਚ ਪੜ੍ਹੇ ਉਸ ਜ਼ਮਾਨੇ ਆ ਜਿਹੜੇ ਕਿੰਡਰ ਗਾਰਡਨ ਤੇ ਆ ਜਿਹੜੇ ਪਬਲਿਕ ਸਕੂਲ ਨੇ ਨਹੀਂ ਸੀ ਹੁੰਦੇ, ਉਹ ਸਕੂਲ ਹੁੰਦੇ ਸੀ ਗੌਰਮੈਂਟ ਪ੍ਰਾਇਮਰੀ ਸਕੂਲ, ਤੇ ਉਹ ਬੋਰੀ ਵੀ ਘਰੋਂ ਲੈ ਕੇ ਜਾਈਦੀ ਸੀ ਜਿੱਦਾਂ ਬਹਿਣਾ ਹੁੰਦਾ ਸੀ। ਗੌਰਮੈਂਟ ਏਡੀਐਮ ਨਹੀਂ ਤਾਰਕ ਚੌਹਾਨ ਸਾਹਿਬ ਨੇ ਜਿਹੜੇ, ਮੈਂ ਕਿਹਾ ਉਹ ਤੁਹਾਨੂੰ ਕਿਉਂ ਇਸ ਸਾਰੇ ਵਾਕਿਏ ਦੇ ਕਸੂਰਵਾਰ ਨਜ਼ਰ ਆਉਂਦੇ ਨੇ? ਇਰੀਟੇਟ ਕਰਦੇ ਨੇ ਨਾ ਲੋਕਾਂ ਨੂੰ, ਮਤਲਬ ਕਿ ਉਹ
ਉਹ ਜੀ ਗੱਲ ਕਰਦੇ ਨੇ ਜਿਹੜੀ ਬਿਲੋ ਦੀ ਬੈਲਟ ਤੁਸੀਂ ਜਦੋਂ ਵੀ ਜਾਓਗੇ ਹਰ ਲੋ ਦੀ ਬੈਲਟ ਅਮਰ ਭਾਈ ਕੱਲ ਵਾਲੀ ਦੱਸਿਆ ਜੇ ਕੀ ਉਹਨਾਂ ਨੇ ਕੀਤੀ ਸੀ ਪਹਿਲੇ ਸਾਲਾ ਕਿੰਨੇ ਕਿਹਾ ਸੀ ਤੇ ਬਾਕੀ ਗੱਲਾਂ ਕਿੰਨੇ ਕੀਤੀਆਂ ਸੀ ਲੋ ਦੀ ਬੈਲਟ ਮੈਨੂੰ ਕੋਈ ਸਾਰਾ ਕਹੇਗਾ ਤੇ ਮੇਰਾ ਤਾਂ ਖਿਆਲ ਹੈ ਚੌਹਾਨ ਸਾਹਿਬ ਦੇ ਆਉਣ ਤੋਂ ਪਹਿਲੇ ਕੱਲ ਚੌਹਾਨ ਸਾਹਿਬ ਤੇ ਉਧਰ ਸਫੀਆ ਸਿਸਟਰ ਦੀ ਬਰਾੜ ਦੇ ਉੱਤੇ ਕੋਈ ਦੇ ਰਹੇ ਸੀ ਜਵਾਬ ਮੇਰੇ ਸਵਾਲਾਂ ਦੇ ਜਿਹੜੇ ਨੇ ਇੱਥੇ ਤੇ ਚੌਹਾਨ ਸਾਹਿਬ ਇਹਨਾਂ ਦਾ ਮਤਲਬ ਮੌਜੂਦਗੀ ਵੀ ਨਹੀਂ ਸੀ ਤੇ ਜੋ ਗੇਮ ਪਈ ਸੀ ਕੱਲ ਤੇ ਗੁਤਾਰਕ ਚੌਹਾਨ ਸਾਹਿਬ ਦਾ ਮਸਲਾ ਤੇ ਨਹੀਂ ਸੀ ਨਹੀਂ ਹੁਣ ਉਹ ਕਿਉਂ ਨਾ ਹੈ ਮਲਕ ਇਮਰਾਨ ਉਹ ਕਦੀ ਮੈਨੂੰ ਚਾਚਾ ਕਹਿੰਦਾ ਹਾਂ ਠੀਕ ਹੈ ਕਦੀ ਮੈਨੂੰ ਮਾਮਾ ਵੀ ਕਹਿੰਦਾ ਮੈਨੂੰ ਕੀ ਫਰਕ ਪੈਂਦਾ ਮੇਰੇ ਵਾਸਤੇ ਉਹਨਾਂ ਦੀ ਜਿਹੜੀ ਬਾਤ ਹੈ ਮੇਰੇ ਭੈਣਾ ਇਹਦੇ ਨਾਲ ਫਰਕ ਕੀ ਪੈਂਦਾ ਮੈਨੂੰ ਦੱਸੋ ਜਾਂ ਸਾਲਾ ਕੋਈ ਕਹਿ ਦੇ ਤੇ ਉਹ ਆਪਣੀ ਬੀਵੀ ਦਾ ਇੱਕ ਖਾਮਖਾ ਦੀ ਰਿਸ਼ਤੇਦਾਰੀ ਦਿੰਦਾ ਨਾ ਪੱਗੇ ਟਾਈਮ ਹੀ ਆ ਕੇ ਚਾਹ ਪਾਣੀ ਕੀ ਖਿਆਲ ਕਿਸੇ ਦੀ ਵੀ ਬੀਵੀ ਮੇਰੇ ਵਾਸਤੇ ਭੈਣਾ ਬਜਾਈ ਹੈ ਨਾ ਜੀ ਜੀ ਇਹ ਮੈਂ ਕਹਿੰਦਾ ਕਿ ਚੌਹਾਨ ਸਾਹਿਬ ਜਿਹੜੇ ਨੇ ਮੈਂ ਤੇ ਵੇਖਿਆ ਕਿ ਉਹਨਾਂ ਨੂੰ ਵੀ ਬੰਦੇ ਇਰੀਟੇਟ ਕਰ ਰਹੇ ਹੁੰਦੇ ਨੇ ਦੂਜੇ ਪਾਸੋਂ ਯਾਨੀ ਉਹਨਾਂ ਦੀ ਗੱਲ ਨਹੀਂ ਸੁਣਦੇ ਬੋਲੀ ਜਾਂਦੇ ਨੇ ਕੋਈ ਪਰਵਾਹ ਨਹੀਂ ਕਿ ਇਹ ਬੰਦਾ ਜਿਹੜਾ ਹੈ ਇਹਨੂੰ ਵੀ ਕੋਈ ਤੁਸੀਂ ਦਿਆਨਤਦਾਰੀ ਨਾਲ ਕਿਸੇ ਨੂੰ ਮੁਲਾਜ਼ਾ ਕਰ ਲੈਣਾ ਚੌਹਾਨ ਸਾਹਿਬ ਕਰਦੇ ਕੀ ਨੇ इखलाकी तौर पे ना तारक साहब इखलाकी तौर पे अगर हर बंदा अपना मुहासबा करे हाँ जी कि भाई मैं एक मजलिस में जाके बैठा एक बैलेंस की मजलिस है जिथे सब नू मौका मिलता है तो मैं अपने हिस्से की गल करा तो मैं उहदे बाद किसी होर नू भी मौका देवां है वे इखलाकी कदरां जेहड़ियां मतलब है कि कोई किसी नू बाइंड नहीं किया जा सकता बंदे नू खुद पता होना चाहिए ਉਹਨੂੰ ਖੁਦ ਬੰਦਿਆਂ 'ਚ ਬਹਿਣ ਦੀ ਤਮੀਜ਼ ਹੋਣੀ ਚਾਹੀਦੀ ਹੈ ਕਿ ਬਈ ਅਸੀਂ ਇੱਥੇ ਬੈਠੇ ਹਾਂ ਅਸੀਂ 2-3 ਬੰਦੇ ਪੇ ਇੱਕੋ ਸਾਈਡ ਦੀ ਗੱਲ ਕਰਨੇ ਆ ਜੇ ਕੋਈ ਹੋਰ ਵੀ ਬੰਦਾ ਆ ਕੇ ਬੈਠਾ ਹੈ ਤਾਂ ਚਲੋ ਉਹਨਾਂ ਨੂੰ ਵੀ ਮੌਕਾ ਸ਼ੌਕਾ ਦੇ ਦਿਓ ਵੀ ਕੋਈ ਗੱਲਬਾਤ ਕਰ ਲਓ ਇਹਦੇ ਤੇ ਜ਼ਰਾ ਗੌਰ ਫਰਮਾਇਓ ਹਵਾਲਾ ਕਿ ਕਿਹੜੇ ਬੰਦੇ ਨੇ ਜਿਹੜੇ ਚਾਹੁੰਦੇ ਨੇ ਕਿ ਦੂਸਰਿਆਂ ਦੀ ਆਵਾਜ਼ ਦਬਾ ਦਿੱਤੀ ਜਾਏ ਦੂਸਰੇ ਕਿਸੇ ਨੂੰ ਗੱਲ ਕਰਨ ਦਾ ਮੌਕਾ ਨਾ ਮਿਲ ਜੇ ਘੰਟਾ 2-2 ਘੰਟੇ 3-3 ਘੰਟੇ ਅਗਰ ਅਗਲਾ ਬੰਦਾ ਨਹੀਂ ਵੀ ਬੋਲ ਰਿਹਾ ਤੁਸੀਂ ਕੰਟੀਨਿਊਸਲੀ ਇੱਚ ਜਿਸ ਤਰ੍ਹਾਂ ਤੰਦੂਰ ਤੇ ਮਾਚਨ ਦੇ ਤੰਦੂਰ ਤੇ ਰੋਟੀਆਂ ਲਵਾਉਣ ਵਾਲੀਆਂ ਨਹੀਂ ਆਉਂਦੀਆਂ ਤੇ ਐਨ ਜੋ ਉੱਥੇ ਗੁਫ਼ਤਗੂ ਹੋ ਰਹੀ ਹੁੰਦੀ ਕਈ ਵਾਰੀ ਮੈਂ ਦੇਖਦਾ ਮਤਲਬ ਇਹਦਾ ਮਤਲਬ ਪੁਰਾਣਾ ਹੀ ਹੈ ਸਾ ਮਾਚਨ ਵਾਲਾ ਦੌਰ ਵੇਖਿਆ ਹੈ ਅਸੀਂ ਆਪ ਜਾਂਦੇ ਸਾਂ ਨਿੱਕੇ ਸਾਂ ਨਾ ਤੇ ਸਾਨੂੰ ਘਰ ਦੇ ਘੱਲਦੇ ਸਨ ਤੇ ਚਲੋ ਇਹ ਬੱਚੇ ਨੇ ਤੇ ਇਹ ਆਟਾ ਲੈ ਜਾਣਗੇ ਤੇ ਰੋਟੀਆਂ ਲਵਾ ਕੇ ਲੈ ਆਵਾਂਗੇ ਤੰਦੂਰ ਤੋਂ ਉਹ ਬੈਂਗਣ ਵੀ ਭੁਨਾ ਲਿਆਈ ਦੇ ਸੀ ਤੰਦੂਰ ਤੇ ਪਤਾ ਕੀ ਕਰਨਾ ਉਹਨਾਂ ਨੇ ਜ਼ਨਾਨੀਆਂ ਨੇ ਗੱਲਾਂ ਕਰਨੀਆਂ ਨਾ ਜੋ ਬੇਹੂਦਾ ਗੱਲ ਕਰਨੀ ਹੈ ਕਾਰ ਕੁਰ ਕੇ ਤਾਂ ਪਤਾ ਕੀ ਆਣਾ ਇਹ ਸ਼ਰਮ ਕਰ ਨਹੀਂ ਜਾ ਕਰੋ ਨਹੀਂ ਕੋਲੇ ਮੁੰਡਾ ਖਲੋਤੇ ਆ ਜੇ ਪਹਿਲਾਂ ਗੱਲ ਦੀ ਬਲਾਂਟਿੰਗ ਅਸੀਂ ਤੇ ਬੱਚੇ ਤਾਂ ਸਾਨੂੰ ਉਦੋਂ ਇੰਨਾ ਸ਼ੌਰ ਹੀ ਨਹੀਂ ਸੀ ਹੁੰਦਾ ਲੇਕਿਨ ਅਕਸਰ ਜਿਹੜਾ ਨਾ ਸਾਰਿਆਂ ਨੂੰ 10 ਸਾਲ ਦੇ ਯਾਰ ਬੱਚੇ ਨੂੰ ਕੀ ਪਤਾ ਹੁੰਦਾ ਹੈ ਕਿ ਕਿਸ ਤਰ੍ਹਾਂ ਦੀ ਉਸ ਵੇਲੇ ਕੰਨ ਖੜੇ ਹੁੰਦੇ ਸਨ ਅਸੀਂ ਬੱਚੇ ਜਿਹੜੇ 10 ਸਾਲ ਦੇ ਨੇ ਮੈਂ ਤੁਹਾਨੂੰ ਦੱਸਾਂ ਵੱਲਾ ਉਹ ਔਰਤਾਂ ਜਿਹੜੀਆਂ ਗੱਲ ਕਰਦੇ ਆ ਨਾ ਕੰਨ ਜੋੜ ਕੇ ਇੱਕ ਦੂਜੇ ਦੇ ਨਾਲ ਇੰਟਰਸਟ ਤੁਹਾਡਾ ਹਾਂ ਪੈਦਾ ਹੋ ਜਾਂਦਾ ਕੀ ਗੱਲ ਚੱਲਦੀ ਮੈਂ ਇਮਰਾਨ ਭਾਈ 10 ਸਾਲ ਦਾ ਜਿਹੜਾ ਬੱਚਾ ਹੈ ਨਾ ਅੱਲਾ ਦੀ ਕਸਮ ਖਾ ਕੇ ਕਹਿਣਾ ਉਹ 10 ਇੱਕ ਦਾ ਆ ਦਾਇਆ ਤੇ ਖੇਡਣੇ ਦਾ ਮਾਇਆ 2 ਦਾ ਆ 20 ਤੇ ਪੱਥਰ ਦਿੰਦਾ ਪੀਏ 3 ਦਾ ਆ 30 ਤੇ ਘਰ ਦਿੰਦਾ ਕੀ ਹੈ 4 ਦਾ ਆ 40 ਤੇ ਬੰਦੇ ਨੂੰ ਪੈ ਗਈ 50 ਉਸਤਾਦ मोहतरम वैसे भी मनु तो इंज ही लगता तुसी वैसे पहले भी बहुत ज्यादा इंटरेस्ट हो माशाल्लाह तुसी 2 शादियां कीतीਆਂ ਮੈਂ ਕਿਹਾ 10 ਸਾਲ ਦਾ ਜਿਹੜਾ ਬੱਚਾ ਹੈ ਨਾ ਉਹਨੂੰ ਮਾਰਨ ਦੇ ਯਾਰ ਨਹੀਂ ਮਾਰਦਾ ਮੈਂ ਕਿਹਾ ਜਿਹੜਾ 10 ਸਾਲ ਦਾ ਬੱਚਾ ਹੈ ਉਹ ਫਰਜ਼ ਕਰ ਲਓ ਕਿ ਆਟਾ ਲੈ ਕੇ ਗਿਆ ਮਾਚਨ ਕੋਲ ਤੰਦੂਰ ਤੇ ਰੋਟੀਆਂ ਲਵਾਉਣ ਤੇ ਉਹਨਾਂ ਆਟਾ ਲੈ ਕੇ ਰੱਖ ਲਿਆ ਵੀ 2 ਮਿੰਟ ਖਲੋ ਜਾ ਜਾਂ ਬਹਿ ਜਾ ਪਰਾਂ ਹੋ ਕੇ ਤੇ ਤੈਨੂੰ ਲਾ ਦਿੰਨੇ ਆ ਰੋਟੀ ਠੀਕ ਹੈ ਬੱਚਾ ਜਿਹੜਾ ਨਾ ਉਦੋਂ ਵੀਡੀਓ ਗੇਮਾਂ ਮੋਬਾਈਲ ਨਹੀਂ ਸੀ ਹੁੰਦੇ ਬੱਚਾ ਆਪਣੇ ਖਿਆਲਾਂ 'ਚ ਖੋਇਆ ਹੈ ਕਿ ਅੱਜ ਮੈਂ ਉਹਨੂੰ ਫੜਿਆ ਅੱਜ ਮੈਂ ਉਹਨੂੰ ਢਾਇਆ ਅੱਜ ਮੈਂ ਉਹਦੇ ਨਾਲ ਕ੍ਰਿਕਟ 'ਚ ਚੌਕਾ ਮਾਰਿਆ ਛੱਕਾ ਮਾਰਿਆ ਉਹ ਉਹਨੂੰ ਕੀ ਪਤਾ ਜ਼ਨਾਨੀਆਂ ਕਿਹੜੀਆਂ ਗੱਲਾਂ ਕਰ ਉਹ ਕੰਨ ਉਸ ਵੇਲੇ ਖੜੇ ਹੁੰਦੇ ਸਨ ਜਿਸ ਵੇਲੇ ਕੋਈ ਜ਼ਨਾਨੀ ਦੂਜੀ ਨੂੰ ਆਉਂਦੀ ਸੀ ਇਹ ਯਾ ਕਰੋ ਨਹੀਂ ਕੋਲੇ ਮੁੰਡਾ ਖਲੋਤੇ ਅੱਜ ਹਾਂ ਸੋ ਮੁੰਡੇ ਨੂੰ ਆ ਰਹੀਆਂ ਨੇ ਉਸ ਵੇਲੇ ਖਿਆਲ ਆਉਂਦਾ ਸੀ ਵੀ ਇਹਨਾਂ ਨੇ ਕੋਈ ਗੱਲ ਐਸੀ ਕੀਤੀ ਹੈ ਜਿਹੜੀ ਸਾਡੇ ਕੋਲ ਵਰਨਾ ਸਾਨੂੰ ਕੋਈ ਪਤਾ ਨਹੀਂ ਸੀ ਖਿਆਲ ਦੀ ਲੋੜ ਸੀ ਜਿਹੜਾ ਅਸੀਂ ਕੀਤਾ ਸੌ ਲੈ ਲਓ ਨਹੀਂ ਸਹੀ ਹੈ ਨਹੀਂ ਅੱਛਾ ਦੌਰ ਸੀ ਉਹ ਜਿਹੜਾ ਚੱਲੇ ਮੈਸੇਜ ਆ ਰਹੇ ਨੇ ਕੋਈ ਕੰਮ ਦੀ ਗੱਲ ਵੀ ਕਰ ਲੋ ਤੇ ਕੰਮ ਦੀ ਗੱਲ ਅਮਰ ਭਾਈ ਇੱਕ ਪਤਾ ਚੱਲੀ ਹੈ 3-4 ਦਿਨ ਪਹਿਲੇ ਮੈਨੂੰ ਤਲਤ ਭਾਈ ਕੋਲੋਂ
ਦਲਤ ਭਾਈ ਨੇ ਫਰਮਾਇਆ ਕਿ ਨਬੂਵਤ ਜਿਹੜੀ ਹੈ ਨਾ ਉਹ ਜਾਰੀ ਹੈ, ਲੇਕਿਨ ਰੰਗ ਉਹਨਾਂ ਦਾ ਜਿਹੜਾ ਦੱਸਿਆ ਨਵਾਂ ਇੱਕ ਰੰਗ ਦੱਸਿਆ। ਉਹ ਫਰਮਾ ਰਹੇ ਸੀ ਕਿ ਜਦੋਂ ਤੁਹਾਡਾ ਇਲੈਕਸ਼ਨ ਹੁੰਦਾ ਹੈ ਨਾ ਜਮਾਤ ਦਾ, ਤੁਹਾਡੇ ਇਲਾਕੇ 'ਚ ਜਾਂ ਜੋ ਵੀ ਹੈ, ਤੁਸੀਂ ਵੋਟ ਪਾਣਾ, ਸਲਾਮ ਦੁਆ ਨਹੀਂ ਵੇਖਣੀ, ਭੈਣ ਭਰਾ ਨਹੀਂ ਵੇਖਣਾ, ਸੱਚੇ ਦਿਲ ਨਾਲ ਵੋਟ ਪਾਣਾ ਹੈ ਤੇ ਉਸ ਬੰਦੇ ਨੂੰ ਪਾਣਾ ਜਿਹੜਾ ਡਿਜ਼ਰਵ ਕਰਦਾ ਹੈ। ਜਿੰਨਾ ਤੱਕ ਤੁਸੀਂ ਇਹ ਕੰਮ ਕਰੋਗੇ ਨਾ ਤੇ ਅੱਲਾਹ ਤਾਲਾ ਨੂੰ ਮੌਕਾ ਹੀ ਨਹੀਂ ਮਿਲੇਗਾ ਕਿ ਉਹ ਨਵਾਂ ਨਬੀ ਘੱਲ ਦੇ। ਜਦੋਂ ਤੁਸੀਂ ਇਹ ਕੰਮ ਗਲਤ ਕੀਤਾ, ਅੱਲਾਹ ਨੇ ਨਵਾਂ ਨਬੀ ਘੱਲ ਦੇਣਾ ਤੇ ਰੱਬੇ ਕਾਬਾ ਦੀ ਕਸਮ 95% ਅਹਿਮਦੀਆਂ ਨੇ ਉਹਨੂੰ ਨਹੀਂ ਮੰਨਣਾ। ਇਹ ਲਿਹਾਜ਼ਾ ਤਾਰਕ ਸਾਹਿਬ ਵੋਟ ਧਿਆਨ ਨਾਲ ਪਾਇਆ ਜੀ, ਤੇ ਅੱਲਾਹ ਨੂੰ ਮੌਕਾ ਮਿਲ ਜਾਣਾ। ਇਹ ਵੀ ਗੱਲ ਹੈ ਕਿ ਖਲੀਫਾ ਵਕਤ ਦਾ ਵੋਟ ਤੇ ਮੇਰਾ ਹੈ ਹੀ ਨਹੀਂ, ਉਸ ਕਮੇਟੀ ਦੇ ਮੈਂਬਰ ਹੀ ਨਹੀਂ। ਨਹੀਂ, ਉਹ ਛੋਟੇ ਲੈਵਲ ਤੇ ਗੱਲ ਕਰਦੇ ਸੀ ਕਿ ਜਿਹੜਾ ਜਮਾਤ ਦਾ ਸਿਲੈਕਟ ਕਰਦੇ ਹੋ ਤੁਸੀਂ, ਕੋਈ ਅਮੀਰ ਵਗੈਰਾ ਜਾਂ ਕੋਈ ਇੱਧਰ ਉੱਧਰ ਜਿਹੜੇ ਇਲੈਕਸ਼ਨ ਹੁੰਦੇ ਨੇ, ਉਹਨਾਂ ਦੀ ਗੱਲ ਕਰ ਰਹੇ ਸੀ। ਅੱਛਾ, ਮੈਂ ਹੁਣ ਨਾ ਥੋੜੀ ਦੇਰ ਪਹਿਲੇ ਵੀਡੀਓ ਦੇਖ ਰਿਹਾ ਸੀ ਤਾਰਕ ਸਾਹਿਬ। ਹਾਂਜੀ ਹਾਂਜੀ, ਇੱਕ ਵੀਡੀਓ ਦੇ ਵਿੱਚ ਮੈਂ ਦੇਖ ਰਿਹਾ ਸਾਂ ਕਿ ਉਹ ਅਮਜਦ ਸ਼ਾਹ ਨਾਂ ਹੈ ਉਹਦਾ, ਥਾਣੇਦਾਰ ਹੈ ਹਾਫਜ਼ਾਬਾਦ ਦਾ। ਉਹ ਰਿਟਾਇਰ ਹੋ ਗਿਆ ਕੋਈ ਸਾਲ 2 ਸਾਲ ਪਹਿਲੇ, ਤੇ ਉਹ ਕਹਾਣੀਆਂ ਸੁਣਾਉਂਦਾ ਰਹਿੰਦਾ ਨਾ, ਲਾ ਕੇ ਕੈਮਰਾ ਆਨ ਕਰਕੇ, ਬਈ ਮੈਂ ਗਸ਼ਤ ਤੇ ਸਾਂ ਤੇ ਉੱਥੇ ਲਾਸ਼ ਲੱਭੀ ਤੇ ਉਹ ਇੰਝ ਹੋਇਆ ਤੇ ਅਸੀਂ ਫਿਰ ਮੁੜ ਢੂੰਢਣ ਲੱਗ ਪਏ ਤੇ ਬੰਦਾ ਕੋਈ ਨਾ ਲੱਭੇ ਤੇ ਇੰਝ ਉਹਨੇ ਗੱਲ ਸੁਣਾਈ ਏ। ਤੇ ਮੈਂ ਉਦੋਂ ਨਵਾਂ ਥਾਣੇ ਵਣੀ ਕੇ ਤਾਰੜ ਅਪੁਆਇੰਟ ਹੋਇਆ ਤੇ ਮੈਨੂੰ ਆਰਡਰ ਆਇਆ ਵੀ ਇਹ ਫਲਾਣੀ ਫੈਮਿਲੀ ਨੂੰ ਲੈ ਕੇ ਤੇ ਬਾਹਿਫਾਜ਼ਤ ਫਲਾਣੀ ਜੇਲ੍ਹ 'ਚ, ਲਾਹੌਰ ਪਤਾ ਨਹੀਂ ਜੇਲ੍ਹ 'ਚ ਪਹੁੰਚਾਓ, ਉੱਥੇ ਬੰਦਾ ਸਜ਼ਾ ਮੌਤ ਹੋਣਾ ਹੈ। ਤੇ ਇਹ ਮਦਈ ਨੇ ਤੇ ਉਹ ਕਾਨੂੰਨ ਇਹ ਕਹਿੰਦਾ ਕਿ ਬਈ ਉਹ ਜਿਹੜੇ ਮਦਈ ਨੇ ਨਾ ਉੱਥੇ ਹੋਣਾ ਜ਼ਰੂਰੀ ਹੈ, ਭਾਈ ਅਗਰ ਮਾਫ ਸ਼ਾਫ ਕਰਨਾ ਚਾਹੁੰਦੇ ਹੋਣ। ਕਹਿੰਦਾ ਮੈਂ ਉਹਨਾਂ ਨੂੰ ਮਦਈਆਂ ਨੂੰ ਸ਼ਾਮ ਨੂੰ ਲੈ ਕੇ, ਤੇ ਸਰਗੀ ਬੰਦੇ ਨੇ ਫਾਂਸੀ ਲੱਗਣਾ ਹੁੰਦਾ ਹੈ, ਤੇ ਮੈਂ ਸ਼ਾਮ ਨੂੰ ਲੈ ਕੇ ਉਹਨਾਂ ਨੂੰ ਤੇ ਰਾਤੀ 9-10 ਵਜੇ ਕਿਰੇ ਚੱਲ ਗਿਆ। ਦੇਣ ਵਾਸਤੇ ਫਾਂਸੀ ਦਾ ਹਟਾ ਲਿਆਵਣ ਲਗੇ ਤੇ ਬਾਰਕ ਚੋਂ ਕੱਢਿਆ ਤੇ ਮਗਰੋਂ ਫੋਨ ਆ ਗਿਆ ਕਿਸੇ ਦਾ, ਤੇ ਉਹਨੇ ਆਖਿਆ ਵੀ ਫਾਂਸੀ ਡੱਕ ਦਿਓ ਫਾਂਸੀ ਡੱਕ ਦਿਓ। ਫੋਨ ਆ ਗਿਆ ਸੁਪਰੀਮ ਕੋਰਟ ਤੋਂ, ਆਰਡਰ ਆ ਗਿਆ ਕਿ ਇਹ ਜਿਹੜਾ ਨਾ ਸਟੇ ਹੋ ਗਿਆ ਫਾਂਸੀ ਦਾ। ਇਹ ਬੰਦਾ ਜਿਹੜਾ ਇਹਨਾਂ ਦਾ ਕੋਈ ਵਕੀਲ ਨੇ ਉੱਥੋਂ ਸਟੇ ਲੈ ਲਿਆ। ਚਲੋ ਜੀ, ਕਹਿੰਦੇ ਨੇ ਉਹ ਬੰਦਾ ਜਿਹੜਾ ਬਾਰਕ ਚ ਕੱਢਿਆ ਸੀ ਤੇ ਉਹਨੂੰ ਮਿਲ ਕੇ ਗਿਆ ਸੀ, ਸਾਰਿਆਂ ਬੰਦਿਆਂ ਨੂੰ ਖੁਦਾ ਹਾਫਜ਼ ਕਰਕੇ ਗਿਆ ਸੀ। ਜਿਸ ਵੇਲੇ ਉਹਨੂੰ ਵਾਪਸ ਲਿਆਂਦਾ ਨਾ ਬਾਰਕ ਵਿੱਚ, ਤੇ ਉਹ ਕੋਠੀਆਂ ਬਣੀਆਂ ਹੁੰਦੀਆਂ ਨੇ, ਇੱਕ ਇਕੱਠੀ ਬਾਰਕ ਤੇ ਨਹੀਂ ਹੁੰਦੀ, ਕੋਠੀਆਂ ਦੇ ਅੱਗੂ ਜਿਹਦੇ ਜਦੋਂ ਅੱਗੂ ਲੰਘਦਾ ਤੇ ਨਾਰੇ ਮਾਰਦੇ ਇਹ ਬੰਦੇ, ਬਈ ਸ਼ਾਹ ਹੋਰਾਂ ਦੀ ਗੱਲ ਠੀਕ ਹੋ ਗਈ ਹੈ, ਸ਼ਾਹ ਹੋਰਾਂ ਆਖਿਆ ਸੀ ਮੈਂ ਫਾਂਸੀ ਨਹੀਂ ਦਿਆ ਜਾਊਂਗਾ, ਪੇਸ਼ਗੋਈ ਸੱਚੀ ਸਾਬਤ ਹੋ ਗਈ ਹੈ, ਫਾਂਸੀ ਨਹੀਂ ਦਿੱਤੀ ਗਈ। ਓ ਬੱਲੇ ਬੱਲੇ, ਨਾਰਾ ਤਕਬੀਰ, ਚਲੋ ਜੀ ਨਾਰੇ ਵੱਜਣ ਲੱਗੇ। ਕਹਿੰਦੇ ਵੀ ਮੈਂ ਉਹਨਾਂ ਨੂੰ ਮਦਈਆਂ ਨੂੰ ਲੈ ਕੇ, ਤੇ ਮਦਈ ਜਿਹੜੇ ਸਨ ਜ਼ਾਹਿਰ ਉਹ ਥੋੜੇ ਜਿਹੇ ਨਾਖੁਸ਼ ਸਨ, ਉਹਨਾਂ ਨੂੰ ਮੈਂ ਗੱਡੀ 'ਚ ਪਾਇਆ, ਉਹਨਾਂ ਦੇ ਪਿੰਡ ਛੱਡਿਆ ਤੇ ਵਾਪਸ ਥਾਣੇ ਆ ਕੇ ਰਿਪੋਰਟ ਕਰ ਦਿੱਤਾ। ਤੇ ਪਤਾ ਲੱਗਾ ਵੀ ਮਦਈਆਂ ਦਾ ਜਿਹੜਾ ਮੁਲਜ਼ਮ ਦਾ ਜਿਹੜਾ ਵਕੀਲ ਸੀ ਨਾ, ਉਹਨੇ ਸੁਪਰੀਮ ਕੋਰਟ ਰਿਟ ਕੀਤੀ ਸੀ ਕਿ ਸਾਡਾ ਰਾਜ਼ੀਨਾਮਾ ਹੋਣ ਲੱਗਿਆ, ਤੇ ਤੁਸੀਂ ਟਾਈਮ ਦੇ ਦਿਓ, ਫਾਂਸੀ ਰੋਕ ਦਿਓ। ਉਹ ਸੁਪਰੀਮ ਕੋਰਟ ਦੇ ਜੱਜ ਨੇ ਆਖਿਆ ਰੋਕ ਦਿਓ ਫਾਂਸੀ, ਤੇ ਮਦਈਆਂ ਨੇ ਜਾ ਕੇ ਦੁਬਾਰਾ ਰਿਟ ਕੀਤੀ। ਉਹਨਾਂ ਕਿਹਾ ਸਾਡਾ ਕੋਈ ਰਾਜ਼ੀਨਾਮਾ ਨਹੀਂ ਇਹਨਾਂ ਨਾਲ ਪਿਆ ਹੁੰਦਾ, ਫਾਂਸੀ ਤੇ ਅਮਲ ਦਰਾਮਦ ਕਰਵਾਇਆ ਜਾਏ। ਇਸ ਪ੍ਰੋਸੈਸ ਨੂੰ ਮਹੀਨਾ ਲੱਗ ਗਿਆ, ਤੇ ਕਹਿੰਦਾ ਮਹੀਨੇ ਬਾਅਦ ਫੇਰ ਆਰਡਰ ਆ ਗਏ। ਹਾਂਜੀ, ਇਹ ਗੱਲ ਸੁਣਨ ਵਾਲੀ ਜਗ੍ਹਾ। ਕਹਿੰਦਾ ਮਹੀਨੇ ਬਾਅਦ ਮੈਨੂੰ ਹੀ ਰਿਕਮੈਂਡ ਕੀਤਾ SHO ਨੇ ਵੀ ਜਾ ਉਹਨਾਂ ਨੂੰ ਨਾ ਲੈ ਕੇ ਬਾਹਿਫਾਜ਼ਤ ਉੱਥੇ ਪਹੁੰਚਾ ਜੇਲ੍ਹ ਵਿੱਚ। ਮੇਰੇ ਹਾਲ ਪਿੰਡੀ ਜੇਲ੍ਹ ਸੀ ਜਾਂ ਲਾਹੌਰ ਜੇਲ੍ਹ, ਇਹਨਾਂ ਦੋਵਾਂ ਚ ਕੋਈ ਜੇਲ੍ਹ ਹੋਏਗੀ।
ਤੇ ਕਹਿੰਦਾ ਮੈਂ ਉਹਨਾਂ ਨੂੰ ਜਾ ਕੇ ਤੇ ਫਿਰ ਗੱਡੀ 'ਚ ਪਾਇਆ ਤੇ ਜਿਸ ਵੇਲੇ ਅਸੀਂ ਜੇਲ੍ਹ ਗਏ ਤੇ ਸਰਗੀ ਦਾ ਟਾਈਮ ਹੋਇਆ, ਘੰਟਾ ਇੱਕ ਪਹਿਲਾਂ 2 ਘੰਟੇ ਪਹਿਲਾਂ ਅਸੀਂ ਅੱਪੜ ਗਏ ਉੱਥੇ ਜੇਲ੍ਹ 'ਚ। ਉੱਥੇ ਥੋੜਾ ਇੰਤਜ਼ਾਰ ਕੀਤਾ। ਉਹਦੇ ਬਾਅਦ ਜਿਸ ਵੇਲੇ ਟਾਈਮ ਹੋਇਆ ਫਾਂਸੀ ਦਾ, ਅਸੀਂ ਵੇਖਿਆ ਵੀ ਉਹਨੂੰ ਲਿਆਂਦਾ, ਬੰਦੇ ਨੂੰ ਵਰਦੀ ਵੀ ਪਾਈ ਤੇ ਮੌਤ ਵਾਲੀ ਹਾਂਜੀ ਹਾਂਜੀ ਉਹਦੀ ਫਾਂਸੀ ਦਾ ਟਾਈਮ ਸੀ, ਲਿਆ ਕੇ ਉਹਨਾਂ ਨੇ ਤੇ ਫਾਂਸੀ ਘਾਟ ਉੱਤੇ ਖੜ ਕੇ ਤੇ ਉਹਦੇ ਗਲ 'ਚ ਤਕਰੀਬਨ ਰੱਸਾ ਵੀ ਪਾ ਦਿੱਤਾ ਤੇ ਪੈਰਾਂ ਨੂੰ ਉਹ ਜਿਹੜਾ ਜੁੱਟ ਛੁੱਟ ਵੀ ਪਾ ਕੇ ਤੇ ਮੂੰਹ ਤੇ ਉਹ ਵੀ ਕੱਪੜਾ ਵੀ ਚਾੜ ਦਿੱਤਾ, ਉਹ ਕਵਰ ਚਾੜ ਕਵਰ ਸ਼ਵਰ ਵੀ ਚਾੜ ਦਿੱਤਾ। ਤੇ ਐਨ ਟਾਈਮ ਤੇ ਬੰਦਾ ਪਿੱਛੋਂ ਦੌੜਦਾ ਦਫ਼ਤਰੋਂ ਨਿਕਲਿਆ ਤੇ ਉਹਨੇ ਆਖਿਆ ਡੱਕ ਦਿਓ ਨਾ ਲੀਵਰ ਖਿੱਚਿਓ ਨਾ ਲੀਵਰ ਖਿੱਚਿਓ ਨਾ। ਫਾਂਸੀ ਰੋਕ ਦਿਓ, ਬੰਦੇ ਨੂੰ ਫਾਂਸੀ ਨਾ ਦਿਓ। ਚਲੋ ਜੀ ਠੀਕ ਹੈ, ਨਹੀਂ ਦਿੱਤੀ। ਕਹਿੰਦਾ ਜਿਸ ਵੇਲੇ ਉਹਨੂੰ ਦੂਜੀ ਵਾਰੀ ਲਿਆ ਕੇ ਨਾ ਪਿਛਲੀ ਵਾਰੀ ਤੇ ਮਹੀਨਾ ਪਹਿਲਾਂ ਤੇ ਵੇਖਿਆ ਕਿ ਕੈਦੀ ਸਾਰੇ ਨਾਰੇ ਮਾਰਦੇ ਹੈ। ਕਹਿੰਦਾ ਜਿਸ ਵੇਲੇ ਦੂਜੀ ਵਾਰੀ ਫਾਂਸੀ ਟਲੀ ਤੇ ਅਸਾਂ ਤੇ ਪੁਲਿਸ ਵਾਲੇ ਵੀ ਧੱਕੇ ਉਹਦੇ ਪੈਰੀ ਟੰਦੇ। ਅਸਾਂ ਤੇ ਪੁਲਿਸ ਵਾਲੇ ਵੀ ਧੱਕੇ ਨੇ ਵੀ ਉਹਨੇ ਆਖਿਆ ਵੀ ਮੰਨ ਗਏ ਆ ਵੀ ਪੀਰ ਸਾਹਿਬ ਜਿਹੜੇ ਨੇ ਕੀਤੀ ਤੇ ਪਤਾ ਲੱਗਾ ਦੂਜੇ ਤੀਜੇ ਦਿਨ ਬਈ ਉਹਨਾਂ ਨੇ ਬੜਾ ਹੁਸ਼ਿਆਰ ਸੀ ਤੇ ਉਹਨੇ ਜਾ ਕੇ ਫਿਰ ਉੱਥੋਂ ਉਸ ਨੂੰ ਫੋਨ ਕਰਵਾਇਆ ਕਿ ਫਾਂਸੀ ਰੋਕ ਦਿਓ, ਇਹਨਾਂ ਦਾ ਰਾਜ਼ੀਨਾਮਾ ਪਿਆ ਹੁੰਦਾ। ਕਹਿੰਦਾ ਇਹਨਾਂ ਜਾ ਕੇ ਫਿਰ ਮਦਈਆਂ ਚੀਕ ਝਾੜਾ ਪਾਇਆ ਵੀ ਸਾਡਾ ਕੋਈ ਰਾਜ਼ੀਨਾਮਾ ਨਹੀਂ ਪਿਆ ਹੁੰਦਾ। ਦੂਜੀ ਵਾਰ ਝੂਠ ਮਾਰਦਾ ਪਿਆ ਵਕੀਲ ਇਹਨਾਂ ਦਾ, ਕਿੱਥੇ ਰਾਜ਼ੀਨਾਮਾ ਪਿਆ ਹੁੰਦਾ ਸਾਡਾ, ਇਹ ਝੂਠ ਬੋਲਣ ਲੱਗੇ ਆ। ਕਤਨ ਸਾਡੀ ਕੋਈ ਰਾਜ਼ੀਨਾਮੇ ਵਾਲੀ ਗੱਲ ਹੀ ਕੋਈ ਨਹੀਂ ਹੋਣ ਲੱਗੀ। ਕਹਿੰਦਾ ਮਹੀਨਾ ਕਿ ਫੇਰ ਲੱਗ ਗਿਆ ਪ੍ਰੋਸੈਸ ਨੂੰ। ਆਖੋ ਤੇ ਮੈਂ ਤੁਹਾਨੂੰ ਵੀਡੀਓ ਸ਼ੇਅਰ ਕਰ ਦਾਂਗਾ ਉਹਦੀ, ਅਮਜਦ ਸ਼ਾਹ ਦੀ। ਅੱਛਾ ਕਹਿੰਦਾ ਮਹੀਨਾ ਕਿ ਫੇਰ ਲੱਗ ਗਿਆ ਤੇ ਮਹੀਨੇ ਬਾਅਦ ਫੇਰ ਆਰਡਰ ਆ ਗਿਆ ਬਈ ਇਹ ਫੈਮਿਲੀ ਨੂੰ ਬਾਹਿਫਾਜ਼ਤ ਲੈ ਕੇ ਜੇਲ੍ਹ ਪਿੰਡੀ ਅਡਿਆਲੇ ਜੇਲ੍ਹ ਪਹੁੰਚ। ਕਹਿੰਦਾ ਮੈਂ ਉਹਨਾਂ ਦੇ ਪਿੰਡ ਗਿਆ ਤੇ ਉਹ ਪਤਾ ਲੱਗਾ ਮਦਈ ਘਰ ਕੋ ਨਹੀਂ ਆਣ। ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਕੀ ਕਿੱਥੇ ਨੇ ਮਦਈ, ਉਹ ਕਿਸੇ ਦੱਸਿਆ ਮੈਨੂੰ ਵੀ ਉਹ ਲਾਹੌਰ ਸ਼ਿਫਟ ਹੋ ਗਏ ਨੇ। ਇਸੇ ਖੇਚਲ ਤੂੰ ਬਈ ਉਹ ਰਾਜ਼ੀਨਾਮਾ ਦੀ ਕੋਸ਼ਿਸ਼ ਕਰਦੇ ਸਨ ਨਾ, ਉਹਦਾ ਭਰਾ ਸੀ ਜਿਹੜਾ ਮਕਤੂਲ ਸੀ ਉਹਦਾ ਭਰਾ ਹੈ, ਉਹਨੂੰ ਮਜਬੂਰ ਕਰਦੇ ਸਨ। ਉਹ ਇਹਨਾਂ ਕੋਲ ਆਉਂਦਾ ਸੀ, ਇਹ ਬੇਵਾ ਤੇ ਬੱਚੇ ਸਨ ਕੋਈ 2-3, ਤੇ ਇਹ ਰਾਜ਼ੀਨਾਮਾ ਨਹੀਂ ਸਨ ਦਿੰਦੇ। ਤੇ ਉਹ ਜਿਹੜਾ ਸੀ ਭਰਾ ਮਕਤੂਲ ਦਾ, ਉਹ ਆਂਦਾ ਸੀ ਵੀ ਜ਼ਾਹਿਰ ਉਹ ਫੈਮਿਲੀ ਉਹਨਾਂ ਨਹੀਂ ਦੇਣਾ ਤੇ ਮੈਂ ਤੁਹਾਨੂੰ ਦੇ ਨਹੀਂ ਸਕਦਾ। ਉਹ ਇਸ ਖੇਚਲ ਤੋਂ ਤੰਗ ਪੈ ਕੇ ਲਾਹੌਰ ਕਿਰੇ ਸ਼ਿਫਟ। ਕਹਿੰਦਾ ਮੈਨੂੰ ਐਡਰੈਸ ਲਿਆ, ਮੈਂ ਲਾਹੌਰੋਂ ਜਾ ਕੇ ਉਹਨਾਂ ਨੂੰ ਰਾਤ ਚੁੱਕਿਆ ਤੇ ਫਿਰ ਮੈਂ ਅਡਿਆਲੇ ਜੇਲ੍ਹ ਪਹੁੰਚਿਆ। ਅੱਛਾ ਹਾਫਜ਼ਾਬਾਦ ਲਾਹੌਰ ਗਿਆ, ਲਾਹੌਰੋਂ ਉਹਨਾਂ ਨੂੰ ਬੰਦਿਆਂ ਨੂੰ ਚੁੱਕਿਆ, ਗੱਡੀ 'ਚ ਪਾਇਆ ਤੇ ਫਿਰ ਪਿੰਡੀ ਜੇਲ੍ਹ ਅਡਿਆਲੇ ਜੇਲ੍ਹ ਪਹੁੰਚਿਆ। ਜਿਸ ਵੇਲੇ ਮੈਂ ਤੀਜੀ ਵਾਰੀ ਪਹੁੰਚਿਆ ਤੇ ਕਹਿੰਦਾ ਜਨਾਬ ਉਹਨਾਂ ਅੰਦਰੋਂ ਲਿਆਂਦਾ ਮੁਲਜ਼ਮ ਨੂੰ ਤੇ ਵਰਦੀ ਪਾਈ ਤੇ ਉਹਨਾਂ ਉਹਦੇ ਉੱਤੇ ਚਾੜ ਕੇ ਫੱਟੇ ਦੇ ਤੇ ਰੱਸਾ ਸ਼ੱਸਾ ਪਾ ਕੇ ਤੇ ਕਵਰ ਸ਼ਵਰ ਮੂੰਹ ਤੇ ਚਾੜ ਕੇ ਪੈਰ ਸ਼ਰ ਬੰਨ ਕੇ ਤੇ ਉਹਨਾਂ ਜੱਜ ਨੇ ਮਦਈ ਨੂੰ ਪੁੱਛਿਆ, ਮਦਈਆਂ ਨੂੰ, ਬਈ ਤੁਸੀਂ ਇਹਨੂੰ ਮਾਫ ਕਰਨਾ ਚਾਹੁੰਦੇ ਹੋ ਜਾਂ ਇਹਨੂੰ ਸਜ਼ਾ ਮੌਤ ਦੇ ਦਈਏ। ਕੀਤਾ ਉਹਨੇ ਲੀਵਰ ਖਿੱਚ ਛੜਿਆ। ਵਾਹ ਐਨੀ ਗੱਲ ਸੀ ਤੇ ਐਨੀ ਬਾਤ ਸੀ। ਲੇਕਿਨ 2 ਵਾਰੀ ਉਹਦੀ ਫਾਂਸੀ ਟਲੀ ਤੇ ਜੇਲ੍ਹ 'ਚ ਨਾਰੇ ਕੀ ਵੱਜਣ ਵੀ ਇਹ ਆਂਦਾ ਸੀ ਕਿ ਮੈਂ ਫਾਂਸੀ ਨਹੀਂ ਦਿੱਤਾ ਜਾਵਾਂਗਾ। ਵਮਾ ਕਤਲੂਹੁ ਵਮਾ ਸਲਬੂਹੁ, ਜਿਸ ਤਰ੍ਹਾਂ ਤੁਹਾਡੇ ਕਾਜ਼ੀ ਅਕਮਲ ਦਾ ਨੇ, ਕਾਜ਼ੀ ਮੁਹੰਮਦ ਅਲੀ ਦਾ ਨਹੀਂ ਹੋਇਆ ਕਿ ਉਹਨਾਂ ਐਲਾਨ ਹੋਇਆ ਜੀ ਵਮਾ ਕਤਲੂਹੁ ਵਮਾ ਸਲਬੂਹੁ, ਕਤਲ ਨਹੀਂ ਕੀਤਾ ਜਾਊਗਾ, ਫਾਂਸੀ ਵੀ ਨਹੀਂ ਦਿਆ ਜਾਊਗਾ। ਇਹਦੇ ਬਾਰੇ ਵੀ ਉਹਨੇ ਆਖਿਆ ਵੀ ਉਹ ਕੈਦੀ ਆਂਦੇ ਸਨ ਇਹ ਸਾਨੂੰ ਪੀਰ ਸਾਹਿਬ ਨੇ ਪਹਿਲਾਂ ਹੀ ਦੱਸਿਆ ਸੀ, ਮੈਨੂੰ ਫਾਂਸੀ ਨਹੀਂ ਹੋ ਸਕਦੀ ਹੈ, ਮੈਨੂੰ ਫਾਂਸੀ ਨਹੀਂ ਹੋ ਸਕਦੀ। ਹੋ ਹੀ ਗਈ ਨਾ।
ਲੇਕਿਨ ਅਗਰ- ਉਸਤਾਦ ਹੋ ਸਕਦਾ ਨਾ ਇਲਹਾਮ ਦੀ ਸਮਝ ਨਹੀਂ ਆਈ ਅੱਜ ਤੱਕ ਜਿੰਦਾ ਹੈ। ਤੁਸੀਂ ਜਿਹੜੀ ਗੱਲ ਸੁਣਾ ਰਹੇ ਹੋ ਜ਼ਿੰਦਾ ਹੈ ਨਾ ਅੱਜ ਤੱਕ ਉਹਦਾ ਉਹਨਾਂ ਨੇ ਕਿਹਾ ਸੀ ਤੇਰਾ ਏਦਾਂ ਜ਼ਿਕਰ ਜ਼ਿੰਦਾ ਰਹੇਗਾ। ਚਲੋ ਜ਼ਿਕਰ ਜਿੰਦਾ ਰਹੇਗਾ। ਜਿਹੜੀ ਹਾਂ ਆਪਣਾ ਅਮਨ ਨਜ਼ੀਰ ਸਾਹਿਬ ਤੁਸੀਂ ਜਿਹੜੀ ਚਾਰਟ ਬਣਾਈ ਹੈ ਉਹਦੇ ਤੋਂ ਧੁਰਾ ਜਿਹੜਾ ਨਾ ਉਹ ਯੂਸਫੀ ਸਾਹਿਬ ਨਹੀਂ ਮੈਂ ਆਂਦੇ ਹੋ ਤੇ ਮੈਂ ਤੁਹਾਨੂੰ ਵੀਡੀਓ ਦੀ ਅਮਜਦ ਸ਼ਾਹ ਦੀ ਘੱਲ ਦਿੰਦਾ ਵਾ। ਇਹ ਹੋ ਗਈ ਗੱਲ ਕਰਤੀ ਹੋ ਗਈ। ਮੈਂ ਖੁਦ ਬੜੇ ਤਵੱਜੋ ਨਾਲ ਤੇ ਬੜੇ ਖਾਸ ਕਰਕੇ ਜਿਸੇ ਉਹਨੇ ਇਹ ਗੱਲ ਆਖੀ ਨਾ ਤੁਹਾਨੂੰ ਮੀਆਂ ਮਮੂਦ ਯਾਦ ਆ ਗਏ ਹੋਣੇ ਨੇ। ਭਾਈ ਪੇਸ਼ ਗੋਈ ਪੂਰੀ ਹੋ ਗਈ ਹੈ। ਹਜ਼ਰਤ ਸਾਹਿਬ ਨੇ ਫਰਮਾਇਆ ਸੀ ਫਾਂਸੀ ਮੈਨੂੰ ਨਹੀਂ ਹੋ ਸਕਦੀ, ਨਹੀਂ ਹੋ ਸਕਦੀ। ਉਹੀ ਗੱਲ ਹੋਈ, ਕੈਦੀਆਂ ਨਾਰੇ ਨੂਰੇ ਮਾਰੇ ਤੇ ਮੈਂ ਉਹਦੇ ਵੱਲ ਧਿਆਨ ਕੀਤਾ। ਮੈਂ ਅਮਜਦ ਸ਼ਾਹ ਐਵੇਂ ਤੇ ਨਹੀਂ ਬੌਂਗੀਆਂ ਤੇ ਨਹੀਂ ਮਾਰਨ ਲੱਗਿਆ। ਤੇ ਥੋੜੀ ਦੇਰ ਬਾਅਦ ਨਾ ਫਿਰ ਕੱਲ ਮੈਂ ਤੁਹਾਡੇ ਉਹ ਜਿਹੜੇ ਮਲਕ ਸਾਹਿਬ ਵਾਲੇ ਪੈਸੇ ਨੇ ਹਾਂ ਉਹ ਕਿੱਥੇ ਕੀ ਹੋਇਆ ਉਹਨਾਂ ਪੈਸਿਆਂ ਨੂੰ? ਮੈਂ ਕਿਹਾ ਕਿੱਦਾਂ ਕਢਾਏ ਜੇ? ਕਿੱਦਾਂ ਕਢਾਏ ਨੇ ਭਾਈ ਸਾਡਾ ਨਾਂ ਲੈ ਕੇ ਪੈਸੇ ਦਵਾਏ ਸੀ ਨਾ ਮਲਕ ਸਾਹਿਬ ਨੇ ਤੇ ਪੱਪੂ ਨੇ ਦੋਵਾਂ ਨੇ। ਇਹ ਮੁਸਲਮਾਨਾਂ ਦੇ ਪੈਸੇ ਨੇ, ਇਹ ਮੁਸਲਮਾਨਾਂ ਦੇ ਪੈਸੇ ਨੇ। ਤੇ ਸਾਡਾ ਨਾਂ ਲਿਖਿਆ ਸੀ ਉੱਤੇ ਤੇ ਅਸਾਂ ਪੈਸੇ ਵਾਪਸ ਲੈ ਲੈਣੇ ਵੀ ਸਾਡਾ ਨਾਂ ਹੈ, ਸਾਡੇ ਪੈਸੇ ਦੇ ਛੜੋ ਤੁਸੀਂ ਵਾਪਸ। ਤੇ ਜੱਜ ਨੇ ਤੇ ਸਾਡੇ ਹੱਥ 'ਚ ਫੈਸਲਾ ਦਿੱਤਾ ਹੈ ਨਾ। ਮਾਨੀ ਨੇ ਤੇ ਸਾਡੇ ਹੱਥ 'ਚ ਫੈਸਲਾ ਆ ਕੇ ਸਾਡੀ ਬਰਾੜ ਦੇ ਉੱਤੇ ਤੁਹਾਨੂੰ ਕਿਹਾ ਨਾ ਬਈ ਮੇਰੇ ਕੋਲੋਂ ਗਲਤੀ ਹੋ ਗਈ ਹੈ, ਬਲਕਿ ਮਲਕ ਸਾਹਿਬ ਮੇਰੇ ਨਾਲ ਫਰਾਡ ਕੀਤਾ ਹੈ। ਤੇ ਸੱਚੀ ਗੱਲ ਇਹ ਹੈ ਕਿ ਜ਼ਿਆ ਰਸੂਲ ਹੱਕ ਬਜਾਨਬ ਹੈ, ਉਹ ਸੱਚਾ ਹੈ ਤੇ ਮਲਕ ਸਾਹਿਬ ਝੂਠੇ ਨੇ। ਇਹ ਤਾਂ ਸਭ ਨੇ ਸੁਣਿਆ ਨਾ ਜੱਜ ਦਾ ਆਪਣੀ ਗਲਤੀ ਨੂੰ ਰਜੂ ਕਰਨ ਦਾ ਵਾਕਿਆ। ਤੇ ਬਸ ਇਸ ਵੇਲੇ ਉਹ ਹੋ ਗਿਆ ਤੇ ਫਿਰ ਉਹ ਪੈਸੇ ਜਿਹੜੇ ਸਨ ਉਹਨੇ ਸਾਡਾ ਨਾਂ ਲਿਖਿਆ ਸੀ, ਉਹ ਪੈਸਿਆਂ ਦਾ ਤੇ ਹੱਕਦਾਰ ਅਸੀਂ ਸਨ। ਉਹ ਵਾਪਸ ਹੋ ਗਏ ਨੇ ਪੈਸੇ? ਅੱਛਾ ਪੈਸੇ ਵਾਪਸ ਹੋ ਗਏ ਨੇ ਅਲਹਮਦੁਲਿਲਾ। ਨਾ ਤੁਹਾਡਾ ਲਿਖਿਆ ਹੈ? ਮੁਸਲਮਾਨਾਂ ਦਾ ਲਿਖਿਆ ਨਾ, ਅਸੀਂ ਮੁਸਲਮਾਨ ਹੀ ਆ। ਅੱਛਾ ਬਲਕਿ ਮੁਸਲਮਾਨਾਂ ਦਾ ਮੈਂ ਆਗੂ ਆ। ਇਸ ਕੇਸ ਵਿੱਚ ਤੇ ਆਗੂ ਆ ਨਾ, ਬਾਕੀ ਕੇਸਾਂ 'ਚ ਭਾਵੇਂ ਮੁਸਲਮਾਨ ਹੋਣਾ ਨਾ ਮੰਨਣ, ਇਸ ਕੇਸ ਵਿੱਚ ਤੇ ਮੈਂ ਆਗੂ ਆ। ਮੈਂ ਹੀ ਉਹ ਕੇਸ ਸਾਰਾ ਲੜਿਆ ਭੁਗਤਿਆ। ਤੇ ਮੈਂ ਕਿਹਾ ਵੀ ਪੈਸੇ ਤੇ ਉਹ ਸਾਡੇ ਨੇ ਭਾਈ, ਉਹਨਾਂ ਕਰ ਸਾਡੇ ਵੱਲ। ਇਹ ਗਲਤ ਹੈ ਬਾਅਦ 'ਚ। ਮਲਕ ਸਾਹਿਬ ਮੈਨੂੰ ਤੇ ਕੱਲ ਆਂਦੇ ਮੈਨੂੰ ਫੋਨ ਨੰਬਰ ਦੇ, ਆਪਣਾ WhatsApp ਨੰਬਰ। ਹਾਲਾਂਕਿ ਮਲਕ ਸਾਹਿਬ ਦੇ ਕੋਲ ਮੇਰਾ WhatsApp ਨੰਬਰ ਹੈ। ਅੱਛਾ ਮੈਂ ਕਿਹਾ ਮਲਕ ਸਾਹਿਬ ਨੂੰ ਇੰਨਾ ਵੀ ਨਹੀਂ ਚੇਤਾ ਵੀ WhatsApp ਤੇ ਕਈ ਵਾਰੀ ਮੇਰੇ ਨਾਲ ਗੱਲਬਾਤ ਵੀ ਹੋਈ ਉਹਨਾਂ ਦੀ। अस्सलाम वालेकुम। ਉਹ ਮਲਕ ਸਾਹਿਬ ਘਬਰਾ ਜਾਂਦੇ ਨੇ ਨਾ ਕਈ ਦਫਾ। ਵਾਲੇਕੁਮ ਸਲਾਮ। ਹਾਂਜੀ ਮੈਂ ਕਿਹਾ ਮਲਕ ਸਾਹਿਬ ਕਈ ਦਫਾ ਘਬਰਾ ਜਾਂਦੇ ਨੇ। ਕੱਲ ਤੇ ਸਖਤ ਘਬਰਾਏ ਸਨ, ਕੱਲ ਗਾਲੀਆਂ ਦੇ ਰਹੇ ਸਨ ਉਹਨੂੰ, ਪੱਪੂ ਨੂੰ ਗਾਲੀਆਂ ਦੇ ਰਹੇ ਸਨ। ਤੇ ਜਿਸ ਵੇ ਪਤਾ ਲੱਗਾ ਨਾ ਵੀ ਪੈਸੇ ਵੀ ਇਹਨਾਂ ਵਾਪਸ ਲੈ ਲੈਣੇ, ਫਿਰ ਤੇ ਮਲਕ ਸਾਹਿਬ ਨੇ ਨਾ ਨਸਨ 'ਚ ਹੀ ਆਫੀਅਤ ਸਮਝੀਏ, ਬਸ ਦੁੜਕੀ ਲਾ ਗਏ ਇੱਕੋ ਦਮ ਹੀ। ਤੇ ਜਾ ਕੇ ਮੈਂ ਕਿਹਾ ਤੁਸੀਂ ਉਸ ਬੰਦੇ ਨੂੰ ਪੁੱਛ ਲਓ ਜਾ ਕੇ ਜਿਹਨੂੰ ਪੈਸੇ ਦਿੱਤੇ ਦਵਾਏ ਜੇ ਨਾ, ਉਹਦੇ ਨਾਲ ਰਾਬਤਾ ਕਰੋ। ਇਹ ਤੇ ਮੈਨੂੰ ਪਤਾ ਹੈ ਕਿ ਉਹਦਾ ਅਕਾਊਂਟ ਸੀਲ ਹੋਇਆ ਸੀ। ਤੇ ਮੈਂ ਕਿਹਾ ਫਿਰ ਅਕਾਊਂਟ ਕਿਉਂ ਸੀਲ ਹੋਇਆ ਸੀ? ਇਹੋ ਹੀ ਗੱਲ ਸੀ। ਤੇ ਬਸ ਮੈਂ ਕਿਹਾ ਫਿਰ ਸਮਝ ਜਾਓ, ਜੇ ਤੁਹਾਨੂੰ ਇੰਨੀ ਗੱਲ ਦਾ ਪਤਾ ਹੈ ਤੇ ਫਿਰ ਅਗਲੀ ਦਾ ਵੀ ਪਤਾ ਲੱਗ ਜਾਏਗਾ। ਪੁੱਛ ਲਓ ਜਾ ਕੇ ਉਹਨੂੰ। ਜਿੰਨਾ ਅਕਾਊਂਟ ਸੀਲ ਕਰਵਾਇਆ ਉਹਨਾਂ ਇਸੇ ਗੱਲ ਕਰਵਾਇਆ ਨਾ ਕਿ ਉਹਦੇ ਕੋਲੋਂ ਪੈਸੇ ਵਾਪਸ ਮੰਗਦੇ ਸੀ। ਵੀ ਪੈਸੇ ਸਾਡੇ ਨੇ, ਸਾਡੇ ਨਾਲ ਫਰਾਡ ਵੀ ਕੀਤਾ ਤੇ ਬਦਮਾਸ਼ੀ ਵੀ ਕੀਤੀ, ਕਿਉਂਕਿ ਅਸੀਂ ਸੋਸ਼ਲ ਮੀਡੀਆ ਤੇ ਬੈਠੇ ਆ। ਤੇ ਆਖਿਆ ਜਾਓ ਜੋ ਹੁੰਦਾ ਜੇ ਕਰ ਲਓ, ਜਿੱਥੋਂ ਲੱਭਦੇ ਜੇ ਲੈ ਲਓ, ਨਾਲ ਬਦਮਾਸ਼ੀ ਵੀ। ਅੱਜ ਸਹੀ ਗੇਮ ਪਈ ਜੀ।
ਯੂਸਫੀ ਸਾਹਿਬ ਸੁਣਿਆ ਅੱਜ ਕੋਈ ਮਰਦਈਆਂ ਨੇ ਲੜਾਈ ਦਾ ਚੈਲੰਜ ਦਿੱਤਾ ਹੈ, ਤੁਸੀਂ ਮੈਨੂੰ ਕਿਉਂ ਨਹੀਂ ਦੱਸਿਆ? ਕਿੱਥੇ ਹੈ ਲੜਾਈ ਅੱਜ? ਓ ਯੂਸਫੀ ਸਾਹਿਬ अस्सलाम कितने लड़ पे ने कितने लड़ पे ने ਅੱਜ ਉਹਨਾਂ ਨੇ ਕੋਈ ਲੜਾਈ ਦਾ ਚੈਲੰਜ ਦਿੱਤਾ ਹੈ, ਮੈਨੂੰ ਦੱਸਿਆ ਹੀ ਨਹੀਂ ਹੈ ਯਾਰ। ਮੈਂ ਆਹੋ ਉੱਥੇ ਆਪਣਾ ਕੋਨੀ ਆਈਲੈਂਡ ਤੇ ਇਨਸ਼ਾਅੱਲਾ ਬਸ ਪਹੁੰਚ ਰਿਹਾ। ਕੋਨੀ ਆਈਲੈਂਡ ਵਾਲੀ ਮਸਜਿਦ ਅੱਜ ਪਹੁੰਚਣਾ ਜੇ ਤੁਸੀਂ। ਉਹਨਾਂ ਨੂੰ ਕਹਿਣਾ ਹੈ ਕਿ ਉਹ ਆਪਣੇ ਪਿਓ ਦਾ ਨਹੀਂ, ਜਿਹੜਾ ਫਿਰ ਪੁਲਿਸ ਨੂੰ ਕਾਲ ਕਰੇ, ਬਸ ਇੱਕ ਵਾਰੀ ਆ ਜਾਓ। ਇਹ ਪਹਿਲੇ ਕਸਮ ਲੈਣੀ ਹੈ ਕਿ ਪੁਲਿਸ ਨਹੀਂ ਬੁਲਾਣੀ, ਆਪਣੇ ਬਾਵਾਂ ਤੇ ਕਰਨੀ ਹੈ, ਬਦਮਾਸ਼ੀ ਦੇ ਕਰਨੀ ਹੈ। अस्सलाम वालेकुम। ਧੱਫੇ ਅੱਜ ਇਹਨਾਂ ਨੂੰ ਸੱਟਣੇ ਨੇ ਸਹੀ ਸੁਥਰੇ ਕਰਕੇ। ਯੂਸਫੀ ਸਾਹਿਬ ਕੋਨੀ ਆਈਲੈਂਡ ਬਰੁਕਲਿਨ ਦੇ ਵਿੱਚ? ਹਾਂਜੀ, ਬਰੁਕਲਿਨ ਵਾਲੀ ਮਸਜਿਦ ਨੇ ਕੋਨੀ ਆਈਲੈਂਡ ਤੇ। ਹਾਂਜੀ, ਉੱਥੇ ਕੋਈ ਇੱਥੇ ਕਾਦੀਆਨੀ ਤੇ ਉਹਨੇ ਚੈਲੰਜ ਦਿੱਤਾ ਹੈ ਕਿ ਜੀ ਮੈਂ ਉੱਥੇ ਫੇਸ ਟੂ ਫੇਸ ਆ ਕੇ ਤੁਹਾਡੇ ਨਾਲ ਮੁਨਾਜ਼ਰਾ ਕਰਨਾ ਹੈ। ਤੇ ਸੇਬ ਰਾਜਾ ਸਾਹਿਬ ਨੇ ਐਕਸੈਪਟ ਕੀਤਾ ਕਿਉਂਕਿ ਉਹ ਵੀ ਨਿਊਯਾਰਕ ਨੇ, ਤੇ ਉਹਨਾਂ ਨੇ ਕਿਹਾ ਆ ਜਾ ਫਿਰ ਉੱਥੇ ਤੈਨੂੰ ਵੇਖ ਲਵਾਂਗੇ। ਰਾਜਾ ਸਾਹਿਬ ਜਿਹੜੇ ਇੰਗਲੈਂਡ ਹੁੰਦੇ ਨੇ? ਨਹੀਂ ਸੇਬ ਰਾਜਾ ਆਪਣੇ ਨਿਊਯਾਰਕ ਜਿਹੜੇ ਨੇ। ਅੱਛਾ, ਹਾਂਜੀ ਹਾਂਜੀ ਹਾਂਜੀ। ਇਹ ਅੱਜ ਕਿੰਨੇ ਵਜੇ ਹੈ? ਅੱਜ 5 ਵਜੇ ਇਨਸ਼ਾਅੱਲਾ। ਤੁਸੀਂ ਆ ਰਹੇ ਹੋ? ਜੀ ਜੀ ਬਿਲਕੁਲ। ਅੱਛਾ, ਮੈਂ ਵੀ ਪਹੁੰਚਾਂਗਾ। ਇਹ ਮੇਰੇ ਹਾਲ ਮੱਕੀ ਮਸਜਿਦ ਦੇ ਵਿੱਚ ਆਇਆ ਵਾ। ਉਹੀ ਉਸੇ ਮਸਜਿਦ। ਹਾਂਜੀ 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 ਹਾਂਜੀ। ਕੀ ਗੱਲ ਹੋਈ? ਦੁਬਾਰਾ ਗੱਲ ਸੁਣਾਓ, ਕੀ ਗੱਲ ਹੋਈ? ਮੈਨੂੰ ਨਹੀਂ ਪਤਾ। ਉਹ ਹੋਇਆ ਇਸ ਤਰ੍ਹਾਂ ਸੀ ਕਿ 2-3 ਦਿਨ ਪਹਿਲੇ ਨਾ ਇੱਕ ਆਪਣਾ ਆਈਡੀ ਹੈ, ਉਹਦਾ ਨਾਮ ਹੈ ਅਸਦ ਰਾਸ਼ਿਦ, ਉਹਦਾ ਨਾਮ ਹੈ, ਤੇ ਟਰੂ ਐਮਡੀ ਦੇ ਨਾਮ ਤੋਂ ਆਈ ਥਿੰਕ ਉਹ ਚ ਉਹਦੀ ਆਈਡੀ ਹੈ ਟਰੂ ਐਮਡੀ ਦੇ ਨਾਮ ਤੋਂ। ਉਹਨੇ ਕੀ ਉਹਦਾ ਰਾਸ਼ਿਦ ਉਹਦਾ ਨਾਮ ਹੈ ਐਕਚੁਅਲੀ। ਇੱਕ ਤੇ ਰਹਿਣਾ ਦੱਸ ਦੇਣਾ। ਨਹੀਂ ਇਹ ਨਹੀਂ, ਹੋਰ ਕੋਈ ਇਹਨਾਂ ਦਾ ਕੋਈ ਲੱਗਦਾ ਸਕਦਾ ਅਸਕਾਨੀ ਦੇ ਨਾਲ ਬੰਦੇ ਹੁੰਦੇ ਅਸਕਾਨੀ ਸਾਹਿਬ ਦੇ ਨਾਲ ਨਹੀਂ ਪੈਂਦੇ ਨਹੀਂ। ਉਹ ਨਹੀਂ, ਉਹ ਮੀਆਂ ਨੰਜਾ ਦੀ ਬਰਾਡ ਤੇ ਬਹਿੰਦਾ ਹੁੰਦਾ ਸੀ ਉਹ ਰਾਸ਼ਿਦ। ਪਹਿਲੇ ਰਾਸ਼ਿਦ ਦੇ ਨਾਮ ਦੀ ਆਈਡੀ ਸੀ, ਬਾਅਦ ਚ ਉਹਨੇ ਚੇਂਜ ਕਰ ਲਈ ਸੀ ਟਰੂ ਐਮਡੀ ਦੇ ਨਾਮ ਤੋਂ। ਉਹਨੇ ਕਿਹਾ ਜੀ ਉਹ ਹਯਾਤੇ ਈਸਾ ਤੇ ਵਫਾਤੇ ਈਸਾ ਦੇ ਉੱਤੇ ਮੈਂ ਤੇ ਨਾਲ ਗੱਲ ਕਰਨਾ। ਤੇ ਉਹ ਥੋੜੀ ਜਿਹੀ ਤੇ ਤਲਖੀ ਹੋਈ। ਉਹਨੇ ਕਿਹਾ ਤੂੰ ਮੇਰੇ ਸਾਹਮਣੇ ਆ। ਉਹਨੇ ਕਿਹਾ ਤੂੰ ਆ ਜਾ, ਤੂੰ ਕਿੱਥੇ ਵੇਂ? ਉਹਨੇ ਕਿਹਾ ਜੇ ਪਿਓ ਦਾ ਹੈ ਤੇ ਤੂੰ ਮੈਨੂੰ ਆਪਣਾ ਐਡਰੈਸ ਦੱਸ। ਸੁਹੇਬ ਰਾਜਾ ਨੇ ਕਿਹਾ ਮੈਂ ਨਿਊਯਾਰਕ ਰਹਿਣਾ, ਮੈਂ ਕੋਨੀ ਆਈਲੈਂਡ ਤੇ ਆ ਜਾ ਤੂੰ ਬਰੁਕਲਿਨ। ਉਹਨੇ ਕਿਹਾ ਠੀਕ ਹੈ ਜੀ, ਮੈਂ ਆ ਜਾਵਾਂਗਾ ਉੱਥੇ। ਉਹਨੂੰ ਬਰੁਕਲਿਨ ਪਹਿਲੇ ਤੇ ਇਹਨਾਂ ਦਾ ਹੋਇਆ ਸੀ ਉੱਥੇ ਮੈਨਹਟਨ ਦਾ ਕਿ ਤੂੰ ਉੱਥੇ ਆ ਜਾ, ਬਾਅਦ ਚ ਉਹ ਉੱਥੇ ਨਹੀਂ ਆਇਆ। ਫਿਰ ਪਰਸੋਂ ਇਹਨਾਂ ਦੀ ਦੁਬਾਰਾ ਸੈਫੀ ਦੀ ਬਰਾਡ ਦੇ ਉੱਤੇ ਫਿਰ ਇਹਨਾਂ ਦੀ ਹੋ ਗਈ। ਇਹ ਵੇਖ ਕੇ ਚੜ ਗਿਆ ਉੱਤੇ ਨਾ। ਇਹਨੇ ਕਿਹਾ ਜੀ ਤੂੰ ਆਇਆ ਨਹੀਂ? ਇਹਨੇ ਕਿਹਾ ਮੈਂ ਆਇਆ ਤੇ ਤੂੰ ਨਹੀਂ ਆਇਆ। ਉਹ ਫਿਰ ਬਹਿਸ ਮੁਬਾਹਿਸ ਸੈਫੀ ਨੇ ਕਿਹਾ ਯਾਰ ਦੁਬਾਰਾ ਤੁਸੀਂ ਪਹਿਲੀਆਂ ਗੱਲਾਂ ਛੱਡੋ, ਦੁਬਾਰਾ ਤੁਸੀਂ ਰੱਖ ਲਓ। ਦੁਬਾਰਾ ਟਾਈਮ ਹੋਇਆ ਜੀ ਬਰੁਕਲਿਨ ਦਾ ਟਾਈਮ ਹੋਇਆ। ਕੋਨੀ ਆਈਲੈਂਡ ਵਾਲੀ ਮਸਜਿਦ ਜਿਹੜੀ ਹੈ ਨਾ ਉੱਥੇ, ਉਹ ਵੀ ਇਹਨੇ ਕਿਹਾ ਇਹਨੂੰ ਪੁੱਛੋ ਜਿੱਥੇ ਆ, ਕਹਿੰਦਾ ਮੈਂ ਉੱਥੇ ਆ ਜਾਵਾਂਗਾ। ਉਹਨੇ ਕਿਹਾ ਬਸ ਠੀਕ ਹੈ ਫਿਰ ਬਰੁਕਲਿਨ ਆ ਜਾ। ਤੇ ਉਹ ਬਰੁਕਲਿਨ ਦਾ ਟਾਈਮ ਹੋ ਗਿਆ ਇਹਨਾਂ ਦਾ। ਤੇ ਅੱਜ 5 ਵਜੇ ਇਹਨੇ ਉੱਥੇ अपना मुनाजरा करना आके फेस टू फेस हयाते इज्जत वफाते इज्जत। और नीचे बंदे लिख रहे कैंसिल हो गया। कैंसिल नहीं होया, कोई कैंसिल नहीं होया। अच्छा ਮੈਨੂੰ ਨਹੀਂ ਪਤਾ, ਲੇਕਿਨ ਕੱਲ ਤੱਕ ਤਾਂ ਬਿਲਕੁਲ ਠੀਕ ਤਾਂ ਕਹੇ ਜੇ ਪਿਓ ਦਾ ਪੁੱਤਰ ਇਹਨੇ ਤੇ ਅੱਜ ਲੈ ਸਲਾਮ ਪੜੀ ਸਾਡੇ ਮੂੰਹ ਦੇ ਉੱਤੇ। ਜੇ ਤੇਰਾ ਮੂੰਹ ਵਾਪਸ ਸਲਾਮਤ ਗਿਆ ਤੇ ਮੇਰਾ ਨਾਮ ਮਲਕ ਕੈਸਰ ਨਹੀਂ ਹੈ। ਅੱਜ ਪੜੀ ਜ਼ਰਾ। ਤੁਹਾਡਾ ਵੀ ਇਲਾਕਾ ਉਹੀ ਲੱਗਦਾ ਤੁਹਾਨੂੰ? ਹਾਂ ਉਹੀ ਇਲਾਕਾ ਹੈ, ਮਤਲਬ ਘੰਟੇ ਦੀ ਡਰਾਈਵ ਹੈ, ਘੰਟੇ ਦੀ। ਨਹੀਂ ਤੇ ਉੱਥੇ ਇਹਨੇ ਲੜਾਈ ਕਰਨ ਦਾ ਪ੍ਰੋਗਰਾਮ ਮੁਨਾਜ਼ਰਾ ਇਹਨਾਂ ਦੇ ਨਾਲ ਕੀ ਹੋਣਾ? ਇਹਨੇ ਲੈ ਸਲਾਮ ਪੜਿਆ ਤੇ ਨਾਲ ਹੀ ਤਫਾ ਆਏਗਾ। ਉਹ ਬੜਾ ਖਤਰਨਾਕ ਇਲਾਕਾ। ਉੱਥੇ ਮੁਸਲਮਾਨ ਨੇ ਸਾਰੇ ਅਮਰ ਭਾਈ ਉੱਥੇ, ਔਰ ਮੋਸਟਲੀ ਗੁਜਰਾਤੀ ਨੇ, ਔਰ ਉਹਨਾਂ ਦੇ ਤੇ ਕਿਸੇ ਦਾ ਵੀ ਮਤਲਬ ਲਿਹਾਜ਼ ਨਹੀਂ ਕਰਦੇ। ਉਹ ਮਤਲਬ ਜੁੱਤੀਆਂ ਬੜੀਆਂ ਮਾਰਦੇ ਨੇ ਉਹਦੇ ਆਪਸ। ਅਸੀਂ ਨਹੀਂ ਚਾਹੁੰਦੇ ਇਹ ਬਾਅਦ ਚੋਂ ਕਹਿਣ ਕਿ ਤੁਹਾਡੇ ਨਾਲ ਸਰਦੀ ਪਠਾਨ ਸੀ। ਸਾਡਾ ਐਸਾ ਕੋਈ ਇਰਾਦਾ ਨਹੀਂ ਹੈ, ਕੋਈ ਦੂਰ ਤੱਕ। ਅਸਾਂ ਗੱਲਬਾਤ ਵਾਲੇ ਬੰਦੇ ਹਾਂ, ਗੱਲਬਾਤ ਕਰਨੀ ਇਹਨਾਂ ਨਾਲ। ਤੇ ਜੇ ਗੱਲਬਾਤ ਚ ਢਾ ਲੈਣ ਤੇ ਬੜੀ ਇਹਨਾਂ ਦੀ ਜਿੱਤ ਹੋਏਗੀ। ਅਸਾਂ ਗੱਲਬਾਤ ਹੀ ਕਰੀਏ, ਕੁਛ ਨਹੀਂ ਕਰਨਾ। ਲਾਈਵ ਦੇ ਵਿੱਚ ਤੇ ਹਵਾਲਾ ਪੇਸ਼ ਹੋਇਆ ਤੇ ਇਹਨਾਂ ਇਹ ਨਿਕਲ ਵੀ ਨਹੀਂ ਸਕਦੇ। ਸੋਸ਼ਲ ਮੀਡੀਆ ਤੇ ਚਲੋ ਤੁਰ ਗਏ, ਨੱਸ ਗਏ ਤੇ ਇਹ ਕੰਮ ਹੋ ਜਾਣਾ। ਉੱਥੇ ਕਿੱਥੇ ਨੱਸਣ ਹੋਣਾ? लो जी सलाम वालेकुम।
ਉਹ ਵਾਟਰ ਆਇਆ ਜੇ ਅੱਗੇ ਵੀ ਮਨਾਜ਼ਰਾ ਕਰਕੇ ਗਿਆ 1 ਘੰਟਾ। मलिक कैसे ਸਰ साहब? ਇੱਕ ਮਿੰਟ ਵਾਟਰ ਸਾਹਿਬ ਯੂਸਫ ਤੁਸੀਂ ਜਾ ਰਹੇ ਹੋ? ਤੁਸੀਂ ਜਾ ਰਹੇ ਹੋ? ਜੀ ਜੀ ਬਿਲਕੁਲ ਇਨਸ਼ਾਅੱਲਾ ਮੈਂ ਤੇ ਰਾਣਾ ਸਾਹਿਬ ਤੁਸੀਂ ਵੀ ਜਾਣਾ ਹੈ? ਹਾਂਜੀ ਹਾਂਜੀ, ਮੇਰੇ ਤੋਂ 40 ਮਿੰਟ ਦੀ ਡਰਾਈਵ ਹੈਗੀ, 35-40 ਮਿੰਟ ਦੀ ਡਰਾਈਵ ਹੈ ਮੇਰੇ ਘਰ ਤੋਂ। ਜੀ ਤੁਸੀਂ ਵੀ ਜਾਣਾ ਬਿਲਕੁਲ। ਇਹ ਤਾਂ ਇੱਕੋ ਹੀ ਪੜਿਆ ਲਿਖਿਆ ਗੁਜਰ ਅਸੀਂ ਤੁਹਾਡੇ ਕੋਲ ਪਰ ਖੈਰ ਜੀ ਵਾਟਰ ਸਾਹਿਬ। ਤੁਸੀਂ ਵੀ ਰਾਜਾ ਸਾਹਿਬ ਵਕੀਲ ਹੋ ਤੇ ਤੁਸੀਂ ਵੀ ਬਾਅਦ ਚ ਜਾਣਾ करना है कोर्ट कचहरी। हाँ जी, जब कोर्ट अच्छा जनाब, बात ऐसे हुई है कि वो एक बंदा गया है जी ब्रुकलिन वाली या जो भी मस्जिद शुएब राजा साहब ने बताई है। उन्होंने कहा जी कि भाजो इथों असी किसी शुएब राजा नूं नहीं जानते। उन्होंने कहा जी वो टिकटॉक का बहुत बड़ा खत्म नबूवत का मुजाहिद है। उन्होंने कहा कि दौड़ जाओ यहाँ से, ना हमने किसी को शुएब राजा को जानते हैं, ना किसी को बढ़ने देना है, ना यहाँ पे कोई बहस होएगी, ना मुनाजरा होएगा। ਉਹੀ ਤੇ ਮੈਂ ਪੁੱਛ ਰਿਹਾ ਸੀ ਇਹਨੂੰ ਕਿ ਆਣਾ ਜਾਂ ਨਹੀਂ ਆਣਾ ਕਨਫਰਮ ਕਰੋ, ਉਹ ਨਹੀਂ ਕਰਦਾ। ਦੇਖੋ ਮੈਨੂੰ 4 ਘੰਟੇ ਦੀ ਡਰਾਈਵ ਹੈ, 4.5 ਘੰਟੇ ਦੀ ਡਰਾਈਵ ਕਰਕੇ ਮੈਂ ਉੱਥੇ ਜਾਣਾ ਹੈ ਤੇ 4 ਘੰਟੇ ਚ ਸਾਰਿਆਂ ਨੂੰ ਪਤਾ ਹੈ ਘੱਟੋ ਘੱਟ ਕੋਈ $150 ਵੀ ਮੈਂ ਟੂਲ ਵੀ ਦੇਣਾ ਹੈ ਗੈਸ ਨੂੰ। ਤੇ ਅਗਰ ਇਹ ਨਾ ਆਏ ਤੇ ਇਹਦਾ ਜ਼ਿੰਮੇਦਾਰ ਕਿੰਨੇ ਬਣਨਾ ਫਿਰ ਹੁਣ ਇਹ ਜਿਹੜੇ ਅਗਰ ਇੱਥੇ ਬੈਠੇ ਸਨ ਵਾਟਰ ਸਾਹਿਬ ਬੜਾ ਬਾਵਾ ਚੁੱਕ ਕੇ ਕਹਿ ਰਹੇ ਸਨ ਇੱਥੇ ਆਓ ਨਾ, ਜੇ ਉਹ ਨਾ ਆਇਆ ਇਹਨੂੰ ਬੁਲਾਓ ਨਾ ਵਾਟਰ ਨੂੰ ਉੱਤੇ। ਹੁਣ ਜਗ੍ਹਾ ਬਣਾਓ ਵਾਟਰ ਸਾਹਿਬ। ਮੈਂ ਥੱਲੇ ਚੱਲ ਜਾਣਾ, ਮੈਨੂੰ ਵੀ ਦੱਸ ਦੇਣਾ ਤੱਕ ਮੈਂ ਪਹੁੰਚਾਂ ਕਿ ਨਾ ਪਹੁੰਚਾਂ। ਮਤਲਬ ਕਿਸੇ ਨੇ ਨਿਊ ਜਰਸੀ ਤੋਂ ਆਣਾ ਹੈ, ਕਿਸੇ ਨੇ ਮੈਰੀਲੈਂਡ ਤੋਂ ਆਣਾ, ਜਿਹੜਾ ਬੰਦਾ ਨਾ ਆਇਆ ਨਾ ਖਰਚਾ ਕਰਨ ਤੋਂ ਬਾਅਦ ਤੇ ਫਿਰ ਉਹਦਾ ਕੌਣ ਜ਼ਿੰਮੇਦਾਰ ਹੋਏਗਾ? ਸ਼ੋਇਬ ਰਾਜਾ ਇਹਨਾਂ ਨੂੰ ਇਹ ਦੱਸ ਕਿ ਪਬਲਿਕ ਪਲੇਸਿਸ ਟ੍ਰੈਸਪਾਸਿੰਗ ਦਾ ਕੇਸ ਨਹੀਂ ਹੁੰਦਾ। ਨਹੀਂ ਹੁੰਦਾ, ਇਹੀ ਤੇ ਦੱਸ ਰਿਹਾ ਬਾਰ-ਬਾਰ ਕਿ ਟ੍ਰੈਸਪਾਸਿੰਗ ਦਾ ਕੇਸ ਹੁੰਦਾ ਹੈ ਪ੍ਰਾਈਵੇਟ ਪ੍ਰਾਪਰਟੀ ਪਰ। ਇਹ ਪਤਾ ਨਹੀਂ ਕਿਉਂ। ਉੱਪਰ ਤਸ਼ਰੀਫ ਲਿਆਓ ਵਾਟਰ ਸਾਹਿਬ, ਉੱਪਰ ਤਸ਼ਰੀਫ ਲਿਆਓ। ਜੇ ਉਸ ਬੰਦੇ ਆਣਾ ਹੈ ਨਹੀਂ ਆਣਾ ਉਹਦੇ ਨਾਲ ਰਾਬਤਾ ਕਰਕੇ ਹੁਣ ਦੱਸੋ। ਅਗਰ ਬਾਅਦ ਚ ਹੁਣ ਤੁਸੀਂ ਕੋਈ ਤੇ ਪਹਿਲਾਂ ਕਹਿ ਦਿੱਤਾ ਉੱਥੋਂ ਲੈਟਰ ਆਵੇਗਾ ਤਾਂ ਆਵਾਂਗੇ, ਇਹ ਫਿਰ ਬਦਿਆਨਤੀ ਤੇ ਬੇਈਮਾਨੀ ਹੈ। ਜੇ ਉਹਨੇ ਆਣਾ ਹੈ ਤਾਂ ਵੀ ਪਤਾ ਕਰਕੇ ਦੱਸੋ, ਜੇ ਉਹਨੇ ਨਹੀਂ ਆਣਾ ਤਾਂ ਵੀ ਪਤਾ ਕਰਕੇ ਦੱਸੋ। ਬਾਕੀ ਟਾਈਮ ਰਹਿੰਦੇ ਨੇ ਇਹ 5-6 ਘੰਟੇ 5 ਘੰਟੇ ਹਨ, 4-5 ਘੰਟੇ ਹਨ। ਹੈਲੋ ਵਾਟਰ ਸਾਹਿਬ, ਇਹ ਰਿਕਾਰਡਿੰਗ ਕਰ ਲਓ ਭਾਈ। ਕੋਈ ਬੰਦਾ 60 ਬੰਦੇ पे ਥੱਲੇ ਸੁਣਦੇ ਨੇ, ਕਰਨਾ ਅਸੀਂ ਆਹੀ ਸਮਝਾਂਗੇ ਕਿ ਉਹ ਨਹੀਂ ਆ ਰਿਹਾ। ਤੇ ਜੇ ਨਹੀਂ ਆ ਰਿਹਾ ਤੇ ਖਾਮਖਾ ਫਿਰ ਬਾਅਦ ਚ ਕੋਈ ਡਰਾਮਾ ਕਰੇ। ਇਹ ਰਿਕਾਰਡਿੰਗ ਮਹਿਫੂਜ਼ ਹੋਣੀ ਚਾਹੀਦੀ ਹੈ। ਵਾਟਰ ਸਾਹਿਬ ਤੁਸੀਂ ਅੱਗੇ 3 ਗਲਤ ਗੱਲਾਂ ਕਰਕੇ ਅਸੀਂ ਤੁਹਾਡੀਆਂ ਡਾਈਜੈਸਟ ਕੀਤੀਆਂ ਨੇ। का आज का 5 बजे का टाइम है। अब आपके बंदे ने आके खुद बताया है कि 5 बजे का टाइम नहीं है। मुझे तो ना 5 बजे के टाइम का पता है, मुझे तो कल परसों और चौथ वाली बात का पता था। वो मैंने उसको छोड़ दे अभी। किसने कहा है आके आपके बंदे ने आके कहा 5 बजे का टाइम नहीं है यार? आप जो है ना, आप आए हैं तो पता लगा है, वरना उससे पहले यही बात चल रही थी कि आज 5 बजे का आपका टाइम। एक स्क्रीनशॉट भेज रहा हूँ लगाना यहाँ। और दूसरी बात ये आमिर साहब, आपके बंदे के पास उनका व्हाट्सएप नंबर या टेलीफोन नंबर भी है। ये टेलीफोन और वीडियो पे भी एक दूसरे से राब्ते में थे और वीडियो भी चला रहे थे परसों। टाइम एक मिनट है शोएब राजा भाई, झूठ ना बोल बराड़ ਤੇ ਮੌਜੂਦ ਸੀ, मेरी बराड़ ਦੀ ਰਿਕਾਰਡਿੰਗ ਮੌਜੂਦ ਹੈ। ਉਹਨੇ ਕਿਹਾ ਸੀ ਨੰਬਰ ਹੀ ਨਹੀਂ ਦੇਣਾ ਇਹਨੂੰ। बिल्कुल झूठ बोल रहा है कोई। ਇਹ ਤਾਂ ਕਿਹਾ ਸੀ ਉੱਥੇ भी चल रहे थे, अली अकबर भी था उस वक्त तुम्हारी। और ਤੇਰਾ ਗਜਨੀ ਡਾਕੀਆ ਜਿਹੜਾ ਸੀ ਨਾ, ਜਿਹੜਾ ਤੇਰਾ ਗਜਨੀ ਡਾਕੀਆ ਸੀ, ਉਹ ਭਜਦਾ ਸੀ ਇਧਰੋਂ ਉਹਨੂੰ ਤੇ ਉਧਰੋਂ ਇਹਨੂੰ ਤੇ ਕੈਮਰਾ ਆਨ ਕਰਦੇ ਕਿਹਾ ਸੀ ਉੱਥੇ। ਜ਼ੰਦੀਕਾ ਤੂੰ ਅਜੇ ਹੁਣੇ ਭੱਜਿਆ ਹੈ ਮੇਰੇ ਕੋਲੋਂ। ਤੂੰ ਸੇ ਬਰਾਤ ਤੋਂ ਨਸ਼ਾ ਝੂਠ ਬੋਲਿਆ ਹੈ ਤੂੰ ਸਾਬੀ ਦੇ ਉੱਤੇ। ਲਾਂਤੀ ਯਾਰ ਇੱਥੇ ਆ ਕੇ ਬਕਵਾਸ ਕਰ ਰਿਹਾ ਹੈ। ਚੱਲ ਸਪਾਈ ਚੁੱਪ ਕਰ ਛਿੱਲੜ। ਆਮਰ ਭਾਈ ਤੁਹਾਨੂੰ ਯਾਰ ਵਾਟਰ ਹੈ ਜਿਹੜੀ ਗੱਲ ਕਰਨ ਵਾਲੀ ਪਲੀਜ਼ ਸਕਰੀਨਸ਼ਾਟ ਭੇਜਿਆ ਤੁਹਾਨੂੰ, ਇੱਕ ਸਕਰੀਨਸ਼ਾਟ ਭੇਜਿਆ ਜ਼ਰਾ। ਤੈਅ ਹੋਇਆ ਹੈ ਕਿੱਥੇ ਤੈਅ ਹੋਇਆ ਹੈ? 1 ਮਿੰਟ ਵਾਟਰ ਸਾਹਿਬ ਅੱਖਾਂ ਖੋਲਿਓ ਜ਼ਰਾ।
आज हम देख ही ले कि तू कितना बड़ा हाँ, लड़ाई मैं की जिल्ली बरूजी लड़ाई करनी है, बंदा तो भेजो अपना। और भाई तू जरा वो अपने हथियारों को लगा ले तेल शेल। ਉਹ ਹਥਿਆਰ ਮਾਮਾ ਮੈਂ ਤੇ ਤੈਨੂੰ ਫਰਾਨੇ ਦੇ ਹਥਿਆਰ ਦਿੰਨੇ ਤੈਨੂੰ। ਮੈਂ ਤੇ ਟੈਬਲੇਟ ਵੀ ਰੱਖੀ ਹੈ, ਮੈਂ ਤੇ ਰੂਹਾਨੀ ਹਿਜ਼ਾਇਨ ਦੀਆਂ ਸਾਰੀਆਂ ਜਿਲਦਾਂ ਵੀ ਡਾਊਨਲੋਡ ਕਰ ਲਈਆਂ ਨੇ, ਹਥਿਆਰ ਮੇਰੇ ਕੋਲ ਪੂਰੇ ਨੇ, ਤੂੰ ਟੈਨਸ਼ਨ ਨਾ ਲੈ। ਹੁਣ ਬੰਦੇ ਨੂੰ ਭੇਜ ਮਲਫੂਜ਼ਾਤ, ਮਜਮੂਆ, ਇਸ਼ਤਿਹਾਰਾਤ ਸਾਰਾ ਕੁਝ ਡਾਊਨਲੋਡ ਮੈਂ ਕਰਕੇ ਰੱਖ ਲਿਆ ਹੋਇਆ। ਬੰਦਾ अच्छा 1 मिनट बात तो करने दो। ਅਲ ਫਜ਼ਲ ਫੁਰਕਾਨ ਹਕਮ ਅਲ ਬਦਰ ਪੁਰਾਣੇ ਨਾयाब ਰਸਾਲੇ ਮੈਂ ਸਾਰਾ ਡਾਊਨਲੋਡ ਕਰਕੇ ਰੱਖਿਆ, ਬੰਦਾ ਭੇਜ ਦਿੰਦਾ। ਸ਼ੁਭ बंदे ने ਰਾਜਾ बताया ਉਸ कि ਦਿਨ वो जनाब ठीक हो गया मैं राय साहब मैं आपके स्क्रीनशॉट वाटर ट्रू इस्लाम है जी, बंदे की आईडी है जी ट्रू इस्लाम नाम की और ID। लिखਣ ਵਾਲਾ ਤੁਹਾਡਾ ਬਹੁਤ ਵੱਡਾ ਇੰਡੀਆ ਦਾ ਮੁਰੱਬੀ ਜਿਹਨੇ ਇਹ ਗੱਲ ਤੈਅ ਕਰਾਈ ਹੈ, ਲਿਖਣ ਵਾਲਾ ਆਪਣੇ ਹੱਥ ਨਾਲ ਉਹ ਹੈ ਟਾਈਮ। ਉਹਨੇ ਲਿਖਿਆ ਟਿਊਜ਼ਡੇ 5 PM ਅੱਜ ਟਿਊਜ਼ਡੇ ਇਹ 5 PM ਚ 4 ਘੰਟੇ ਬਾਕੀ ਨੇ। ਮਿਹਰਬਾਨੀ ਕਰੋ ਤੇ ਰਿਕਾਰਡਿੰਗ ਹੋਣ ਲੱਗੀ ਹੈ, ਜਾ ਕੇ ਉਸ ਬੰਦੇ ਨਾਲ ਰਾਬਤਾ ਕਰਕੇ ਆ ਕੇ ਦੱਸੋ ਉਹਨੇ ਆਣਾ है या नहीं आना। आमिर साहब मेरा तो किसी से राब्ता है ही नहीं, मैंने तो कभी किसी को अपना नंबर ना पुत्र का मुंह चुमन लगे हुए थे। और भाई मैं तो आपको 3 दिन पहले के वाकयात बता रहा था। क्यों वाकयात बता रहे हो जब तुम्हारा उस बंदे ना और यार आपका बंदा ही भज गया जब 2 जगहों से इतना बड़ा पहलवान आपका दौड़ गया जिन्होंने धक्के मारने थे। अब वो उसकी शलवार जो गीली हुई पड़ी है, इसका किसने जवाब देना है? यार शलवार नहीं यहाँ पे कोई पहनता, पता नहीं कुछ कह रही है नीचे की इनकी जगह पे ना जाए, हो गई इसके शोएब राजा वगैरह की जगह पे ना जाए, वो नीचे मैसेज कर रही है ना, तो वो उसकी शलवार गीली हो गई है। पता नहीं यार शलवार हमें तो आपसे डर ही नहीं लगता, हमारी पैंट हो गई, शलवार नहीं होगी, अंडरवेयर हो गया, पैंट होगी, वो गिल्ली हो गई है। और नहीं भाई हमें आपको डर लगे तो गिल्ली हो। और मेरी गल सुनो ना, फजूल गल्ला ना करो। अगर उसने नहीं आना तो भी, अगर उसने आना है तो भी बताएं, जवाब दें, पूछ के ला के देते हैं, क्या करते हैं? देखिए सर मेरा किसी से राब्ता नहीं, लेकिन मैं आपको एक बात बता दूं, ये जो शुएब राजा है ये किसी से पंगा नहीं ले सकता क्योंकि इसने अपनी बेगम के कागज डाले हुए हैं। यार एक बकवास यार की चवला मार रहा है भाई, ਇਹ ਕੀ ਬੰਦਾ ਇਹ ਸੰਜੀਦਾ ਗੱਲ ਏ, ਇਹਦੇ ਵਿੱਚ ਨੌਨਸੈਂਸ ਗੱਲਾਂ ਨਾ ਕਰੋ। ਜਾਓ ਉਸ ਬੰਦੇ ਨੂੰ ਪੁੱਛ ਕੇ ਆਓ, ਉਹ ਤੁਹਾਡਾ ਜਿਹੜਾ ਉਹ ਇਸਲਾਮ ਅਹਿਮਦੀਆ ਜਾਂ ਜੋ ਵੀ ਤੁਹਾਡਾ ਕੋਈ ਮਰਜ਼ਈ ਹੈ ਉਹਨੂੰ ਆਖੋ ਉਹਦਾ ਨੰਬਰ ਦੇ, ਉਹਦੇ ਨਾਲ ਰਾਬਤਾ ਕਰਕੇ ਆਖੋ ਵੀ ਮੁਸਲਮਾਨ पे ਪੁੱਛਦੇ ਨੇ ਆਣਾ ਹੈ ਕਿ नहीं आना। बस रिकॉर्डिंग होने लगी है तो महफूज हो जानी है। महफूज कर लो सर, महफूज कर लो, बड़ी मेहरबानी। बस मैनू जिन्ना पता सी मैं तुहानू दस दिता। और थले मिर्जाई पे सुनते ने 60 मिर्जाई, कोई बंदा किसी ने साडी ਸ਼ੋਏਬ ਰਾਜਾ ਨੂੰ ਪਛਾਣਦਾ ਨਹੀਂ ਪਛਾਣਦਾ ਮਸਜਿਦ ਚ, ਇਹਦੇ ਨਾਲ ਤੁਹਾਨੂੰ ਕੀ ਲੈਣ? ਉੱਥੇ ਇਹ ਵੀ ਸ਼ੱਕ ਮੈਂ ਅੱਜ ਦਾ ਕੱਢ ਦਿਆਂਗਾ ਵਾਟਰ ਦਾ। और जो बंदा भी वहाँ आए वो चपेड़े मारे शुएब राजा को, ਜਿਹੜਾ ਇਹਨਾਂ ਝੂਠ ਬੋਲਿਆ ਨਾ ਜਾਮਲ ਭਾਈ, ਮੈਂ ਵੀ ਇਹਨਾਂ ਦਾ ਸ਼ੱਕ ਕੱਢ ਵਾਟਰ ਨੂੰ ਗਲੀ ਚ ਕੋਈ ਨਹੀਂ ਜਾਣਦਾ। ਇਹਨੇ ਹੁਣ 10 ਸੀਸੀ ਦਾ ਟੀਕਾ ਲਵਾਣਾ ਮਾਦੇ ਨੰਤਰ ਨਾਲ ਥੱਲੇ ਅਮਰ ਭਾਈ ਨੂੰ ਹਟਾ ਲਓ। ਆ ਖਤਮੇ ਨਬੂਵਤ ਦਾ ਮੁਜਾਹਿਦ ਆ ਗਿਆ ਸ਼ੋਏਬ ਰਾਜਾ, ਇਹਦੇ ਨਾਲ ਜੀ ਤੈਅ ਕਰੋ ਜੀ, ਮੈਂ ਕਰਨੀ ਆ ਜੀ ਗੱਲ। ਉਦੋਂ ਇਹ ਬੜਾ ਜਾਣਦੇ ਸੀ, ਤੈਨੂੰ ਗਲੀ ਕੋਈ ਨਹੀਂ ਜਾਣਦਾ ਤੇ ਹੁਣ ਤੂੰ ਬਾਰੇ ਵੀ ਇਹ ਰਾਏ ਰੱਖੇਗਾ। ਨਿਕਲ ਜਾ, ਮੈਂ ਕਹਿੰਦਾ ਹੁਣ ਮੇਰੇ ਕੋਲ ਹੋਰ ਕੀ ਸੁਣੇਗਾ ਤੂੰ? ਕੀ ਸੁਣਾਏਗਾ ਤੂੰ? ਚੱਲ ਤੂੰ ਕਹਿ ਹੁਣ ਛਿੱਲੜ ਮੈਨੂੰ ਜ਼ਰਾ ਦੱਸ, ਤੈਨੂੰ ਮੈਂ ਦੱਸਾਂ ਵੀ ਛਿੱਲੜ ਕੌਣ ਸੀਗਾ? ਤੇਰੇ ਕਿਸੇ ਕਜ਼ਾਬ ਦਜਾਲ ਦੇ ਮੰਨਣ ਵਾਲੇ ਦਾ ਪੁੱਤਰ ਛਿੱਲੜ ਸੀਗਾ ਵੱਡਾ, ਪਤਾ ਹੀ ਜਾ ਜਾ ਕੇ ਯਾਰ ਮਰਜ਼ਾਈ ਕੋ ਸੁਣਦਾ ਪਿਆ ਉਹਦੇ ਨਾਲ ਰਾਬਤਾ ਕਰੋ ਤੇ ਪਤਾ ਕਰਕੇ ਦੱਸੋ। ਨਹੀਂ ਤੇ ਨਾ ਯੂਸਫੀ ਭਾਈ ਤੁਸੀਂ ਟਰੈਵਲ ਕਰਨਾ, ਰਾਣਾ ਸਾਹਿਬ ਨਾ ਤੁਸੀਂ ਟਰੈਵਲ ਕਰਨਾ, ਕੋਈ ਬੰਦਾ ਨਾ ਟਰੈਵਲ ਕਰਿਆ ਜੇ ਖਾਮ ਆਪ ਭਾਈ ਮੇਰੇ ਕੋਲ ਤਾਂ ਸਿਰਫ 35-40 ਮਿੰਟ ਦੀ ਡਰਾਈਵ ਹੈ। ਅਗਰ ਰਸ਼ ਹੋਵੇ ਜੇ ਰਸ਼ ਨਾ ਹੋਵੇ ਦੀ ਵੀ ਡਰਾਈਵ ਹੋਵੇ ਕੋਈ ਜ਼ਰੂਰਤ 25 ਮਿੰਟ 'ਚ ਮੈਂ ਪਹੁੰਚ ਜਾਂਦਾ ਵਾ। ਔਰ ਆਇੰਦਾ ਇਹੋ ਜੀ ਕੋਈ ਇਹੋ ਜਿਹਾ ਕੋਈ ਸ਼ੋਏਬ ਰਾਜਾ ਭਾਈ ਜਜ਼ਬਾਤ ਨਹੀਂ ਆਉਂਦਾ, ਇਹੋ ਕੋਈ ਗੱਲ ਅਮਰ ਭਾਈ ਮੈਂ ਨਹੀਂ ਸੀ, ਮੈਂ ਬਾਰ ਉਹ ਵੈਸ ਖਾਨ ਨੂੰ ਵੀ ਪਤਾ ਹੈ ਕਿ ਮੈਂ ਉਹਨੂੰ ਇਗਨੋਰ ਕਰ ਰਿਹਾ, ਉਹ ਬੰਦਾ ਭੱਜ ਕੇ ਅੱਗੇ ਆਂਦਾ ਹੈ ਤੇ ਫਿਰ ਹੁਣ ਦੱਸੋ ਮੈਂ ਕੀ ਕਰਾਂ?
ਉਹ ਜਾਨ ਨਹੀਂ ਛੱਡਦਾ, ਮੈਂ ਇਗਨੋਰ ਕਰੀ ਜਾਣਾ ਕਿ ਮੈਂ ਡਿਬੇਟ ਕਰਨੇ ਵਾਲਾ ਬੰਦਾ ਆ, ਮੈਂ ਇਹੋ ਜਿਹੇ ਕੰਮ ਨਹੀਂ ਕਰਦਾ ਜਿਹੜੇ ਵਕਤ ਜ਼ਾਇਆ ਕਰਨ ਵਾਲੇ। ਅੱਛਾ ਇਹ ਜਰਾ ਉਹ ਹੁਣ ਕਨਫਰਮ ਨਹੀਂ ਕਰਦਾ ਪਿਆ ਕਿਉਂ ਨਾ। ਇਹ ਗੱਲ ਸੁਣ ਕੇ ਕਈ ਮਰਦਾਈਆਂ ਦੀ ਥੱਲੇ ਸ਼ਲਵਾਰ ਗਿੱਲੀ। ਕਿੰਨੇ ਘੰਟੇ ਪਹਿਲਾਂ ਦੀ ਗੱਲ ਹੈ? ਘੰਟੇ ਦੀ ਨਹੀਂ ਹੈ ਤੇ ਮੇਰਾ ਖਿਆਲ ਹੈ ਜਿਸ ਦਿਨ ਸਾਡੀ ਗੱਲ ਤੈਅ ਹੋਈ ਹੈ ਨਾ, ਉਸ ਤੋਂ 4 ਤੋਂ 5 ਘੰਟੇ ਬਾਅਦ ਉਹਨੇ ਗੱਲ ਕੀਤੀ ਹੈ ਬਰਾੜ ਤੇ ਬਹਿ ਕੇ। ਗੱਲ ਤੁਹਾਡੀ ਕਦੋਂ ਤੈਅ ਹੋਈ? ਕੱਲ ਨਹੀਂ ਤੈਅ ਹੋਈ? ਨਹੀਂ ਪਰਸੋਂ ਤੈਅ ਹੋਈ ਹੈ ਸੈਫੀ ਦੀ ਬਰਾੜ ਤੇ, ਸੰਡੇ ਵਾਲੇ ਦਿਨ 5 ਵਜੇ। ਸੰਡੇ ਵਾਲੇ ਦਿਨ 5 ਵਜੇ ਗੱਲ ਤੈਅ ਹੋਈ ਹੈ ਕਿ ਟਿਊਜ਼ਡੇ 5 ਵਜੇ ਸਾਡੀ ਡਿਬੇਟ ਹੋਣੀ ਹੈ। 8 ਵਜੇ ਰਾਤੀ ਨਿਊਯਾਰਕ ਦੇ 8 ਵਜੇ 9 ਵਜੇ ਉਸ ਬੰਦੇ ਨੇ ਬਹਿ ਕੇ ਬਰਾੜ ਤੇ ਇਹ ਝੂਠ ਬੋਲਣਾ ਸ਼ੁਰੂ ਕਰ ਦਿੱਤਾ ਹੈ ਕਿ ਮੈਨੂੰ ਮੇਰੇ ਦੋਸਤਾਂ ਨੇ ਕਿਹਾ ਕਿ ਤੂੰ ਨਾ ਜਾਈਂ, ਇਹ ਤੈਨੂੰ ਟ੍ਰੈਸਪਾਸਿੰਗ ਦੇ ਕੇਸ ਚ ਅੰਦਰ ਕਰਾ ਦੇਗਾ, ਜਮਾਤ ਦੀ ਬਦਨਾਮੀ ਹੋਵੇਗੀ, ਇਹ ਮਾਮਲਾ ਤੂੰ ਛੋੜ ਦੇ, ਜਾਂ ਉਹਨੂੰ ਕਹਿ ਕਿ ਤੈਨੂੰ ਉਹ ਲੈਟਰ ਇਨਵੀਟੇਸ਼ਨ ਲੈਟਰ ਲਿਖਵਾ ਕੇ ਆਪਣੇ ਮਸਜਿਦ ਤੋਂ ਭਿਜਵਾਵੇ ਤੇ ਫੇਰ ਜਾਈਂ। ਇਹ ਗੱਲ ਉਹ ਆਪਸ ਕਰਦੇ ਸਨ ਕਿ ਤੁਹਾਡੇ ਨਾਲ ਉਹਨਾਂ ਗੱਲ? ਨਹੀਂ ਮੇਰੇ ਤੋਂ ਨਾ ਕਮੈਂਟ, ਮੈਂ ਕਿਉਂਕਿ ਥੱਲੇ ਕਮੈਂਟ ਜਾ ਕੇ ਉਹਨੂੰ ਕਿਹਾ ਨਾ ਕਿ ਬੀ देयर 5 PM ਟਿਊਜ਼ਡੇ, ਮੈਂ ਉਹਨੂੰ ਥੱਲੇ ਲਿਖ ਰਿਹਾ ਸੀ ਕਿ ਅਗਰ ਤੂੰ ਨਾ ਆਇਆ ਨਾ ਤੇ ਮੈਂ ਫਿਰ ਤੇਰੇ ਮਰਕਜ਼ ਚਲਾ ਜਾਣਾ ਜਿੱਥੇ ਤੇਰਾ ਕੋਈ ਮਰਕਜ਼ ਹੈ।